गुरुद्वारा ਕਿਹੜਾ ਜੀ श्री गुरु सिंह सभा मॉडल ग्राम। हाँ जी श्री गुरु सिंह सभा मॉडल ग्राम। श्री गुरु सिंह सभा ਮਾਡਲ ਗ੍ਰਾਮ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਦੀ ਅਪਾਰ ਬਖਸ਼ਿਸ਼ ਸਦਕਾ, ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬਹੁਤ ਮਿਹਨਤ ਕਰਕੇ ਤੇ ਤੁਹਾਡੇ ਦਰਸ਼ਨ ਕਰਵਾਏ। ਅੱਜ ਦਾ ਜੋ ਵਿਸ਼ਾ ਹੈ ਉਹ ਤੁਹਾਨੂੰ ਦੱਸ ਹੀ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਆਪ ਜੀਆਂ ਨੂੰ ਪਿਤਾ ਤੇ ਪੁੱਤਰਾਂ ਦੇ ਦਾਨੀ ਦਾ ਬੁਲੰਦ ਕੀਤਾ ਹੋਇਆ ਨਾਰਾ ਫਤਿਹ ਅਰਜ਼ ਕਰਦਾ। ਬੁਲਾਓ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਉਪਰਾਲਾ ਜੋ ਕਿ ਇਹਨਾਂ ਦੇ ਨਾਲ ਕਾਫੀ ਸਮੇਂ ਤੋਂ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ ਤੇ ਮੈਂ ਬੇਨਤੀ ਕਰਾਂਗਾ ਮਾਸਟਰ ਜੀ ਹੋਰੇ ਵੀ ਨਹੀਂ ਆਏ। ਹਾਂਜੀ ਅੰਮ੍ਰਿਤਸਰ ਜਾਣਾ ਪੈਗਾ ਉਹਨਾਂ ਨੂੰ ਦੱਸਿਆ ਕੁਮਾਰ ਸਿੰਘ ਨੇ। ਅੱਛਾ ਸੋ ਜਿੰਨੇ ਤੁਸੀਂ ਆਏ ਹੋ, ਭਾਈ ਅੰਮ੍ਰਿਤਪਾਲ ਸਿੰਘ ਕਹਿ ਰਹੇ ਸਨ ਕਿ ਮਿਹਨਤ ਬਹੁਤ ਕੀਤੀ ਹੈ ਤੇ ਬਹੁਤ ਘੱਟ ਸਿੰਘ ਆਏ ਨੇ, ਪਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਇਹ ਸਮਝਦਾ ਕਿ ਬਹੁਤ ਹੈ, ਕਿਉਂਕਿ ਜਿੰਨੇ ਸਮੇਂ ਤੋਂ ਮੈਂ ਲੱਗਿਆ ਹੋਇਆ ਅਜੇ ਤੱਕ ਤਾਂ ਕੋਈ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ। ਸ਼ੁਕਰ ਹੈ ਕਿ ਇਹ ਲੁਧਿਆਣਾ ਸ਼ਹਿਰ ਸਿੱਖ ਜੋ ਕਿ ਪੰਜਾਬ ਦਾ ਧੁਰਾ ਹੈ ਔਰ ਇਸ ਸ਼ਹਿਰ ਦੇ ਵਿੱਚ ਇਹ ਪਹਿਲਾ ਤੁਸੀਂ ਇੱਕ ਸੈਮੀਨਾਰ ਰੱਖਿਆ ਔਰ ਜੋ ਸੈਮੀਨਾਰ ਦਾ ਤੁਸੀਂ ਨਾਂ ਵੀ ਰੱਖਿਆ ਸਿੱਖ ਇਤਿਹਾਸ ਦੇ ਨਾਲ, ਜਿਹੜੀ ਇਹ ਬਹੁਤ ਵੱਡੀ ਇੱਕ ਛੇੜਛਾੜ ਹੈ ਦਾ ਇਹ ਵਿਸ਼ਾ ਰੱਖਿਆ ਹੈ। ਇਹਦੇ ਬਾਰੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਾਰਿਆਂ ਨੇ ਮੇਰੇ ਖਿਆਲ ਹੈ ਕਿ ਮੇਰੀਆਂ ਵੀਡੀਓ ਵੇਖੀਆਂ ਹੋਣਗੀਆਂ, ਲੇਕਿਨ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਨਾਮਧਾਰੀ ਕੂਕਿਆਂ ਦੇ ਸੰਬੰਧ ਵਿੱਚ। ਸਾਡੇ ਤੇ ਹੁਣ ਤੱਕ ਵੱਖ-ਵੱਖ ਜਿਹੜੇ ਡਮੀ ਗੁਰੂ ਜਾਂ ਰਾਜਨੀਤਿਕ ਲੋਕ ਉਹਨਾਂ ਨੇ ਬੜੇ ਵੱਡੇ ਹਮਲੇ ਕੀਤੇ ਨੇ ਔਰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਜੋ ਬ੍ਰਾਹਮਣੀ ਸੋਚ ਉਹ ਅੱਜ ਤੱਕ ਉਹਨਾਂ ਨੇ ਕੀ ਕੀਤਾ ਹੈ, ਤੁਸੀਂ ਮੇਰੇ ਤੋਂ ਸਾਰੇ ਸੂਝਵਾਨ ਪੜ੍ਹੇ ਲਿਖੇ ਤੇ ਸਿਆਣੇ ਸਭ ਕੁਝ ਜਾਣਦੇ, ਪਰ ਜੋ ਨਾਮਧਾਰੀਆਂ ਨੇ ਸਾਡੇ ਤੇ ਹਮਲਾ ਕੀਤਾ ਹੈ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਬਾਕੀ ਤਾਂ ਮੁੱਦਿਆਂ ਤੇ ਅੱਜ ਤੱਕ ਕੋਈ ਨਾ ਕੋਈ ਆਵਾਜ਼ ਉੱਠਦੀ ਹੈ, ਪਰ ਇਹਨਾਂ ਦੇ ਖਿਲਾਫ ਅੱਜ ਤੱਕ ਕਿਸੇ ਨੇ ਬਿਲਕੁਲ ਆਵਾਜ਼ ਨਹੀਂ ਉਠਾਈ। ਇਹ ਦੇ ਬਾਰੇ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਇਹ ਸ਼ੁਰੂ ਕਰਦੇ ਨੇ, ਇਹਨਾਂ ਨੇ ਬੜੀਆਂ ਵੱਡੀਆਂ ਕਿਤਾਬਾਂ ਲਿਖੀਆਂ ਨੇ, ਉਹ ਸਾਰੀਆਂ ਤਾਂ ਮੈਂ ਅੱਜ ਲਿਆ ਨਹੀਂ ਸਕਿਆ, ਸਿਰਫ ਸੈਂਪਲ ਦੇ ਤੌਰ ਦੇ ਉੱਤੇ ਜਿਸ ਤਰ੍ਹਾਂ ਕਿ ਮਹਿਮਾ ਪਾਰ ਤੁਸੀਂ ਕੈਲੰਡਰ ਦੇਖੋ। ਵੈਸੇ ਤਾਂ ਸਿੱਖ ਜਿਹੜਾ ਹੈ ਉਹ ਫੋਟੋ ਦਾ ਜਾਂ ਬੁੱਤ ਦਾ ਪੁਜਾਰੀ ਨਹੀਂ, ਪਰ ਫਿਰ ਵੀ ਜਿਹੜੀਆਂ ਪ੍ਰਚਲਿਤ ਫੋਟੋਆਂ ਨੇ ਉਹਨਾਂ ਦੇ ਨਾਲ ਛੇੜਛਾੜ ਕਰਕੇ ਫੋਟੋਆਂ ਲਾਉਣੀਆਂ ਵੀ ਇਹ ਗਲਤ ਨੇ। ਸੋ ਤੁਸੀਂ ਵੇਖ ਸਕਦੇ ਹੋ, ਪਰ ਇਹ ਇਤਿਹਾਸਕ ਤੌਰ ਦੇ ਉੱਤੇ ਸ਼ੁਰੂਆਤ ਕਿਵੇਂ ਕਰਦੇ ਨੇ, ਸਾਡੇ ਤੇ ਹਮਲਾ ਕਿਵੇਂ ਕਰਦੇ ਨੇ। ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1712 ਵਿੱਚ ਜੋਤੀ ਜੋਤ ਨਹੀਂ ਸਮਾਏ, ਉਹ 1812 ਤੱਕ ਅਜਾਪਾਲ ਦੇ ਨਾਂ ਦੇ ਉੱਤੇ ਭੇਸ ਬਦਲ ਕੇ ਇਸ ਸੰਸਾਰ ਤੇ ਵਿਚਰੇ ਅਤੇ 1812 ਵਿੱਚ ਜਿਹੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਆਪਣਾ ਇਹ ਗੁਰੂ ਜਿਹਨੂੰ ਪ੍ਰਮੋਟ ਕਰਦੇ ਆ ਬਾਬਾ ਬਾਲਕ ਸਿੰਘ, ਉਹਦੇ ਬਾਰੇ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1812 ਵਿੱਚ ਸਤਿਗੁਰੂ ਕਹਿੰਦੇ ਨੇ, ਮੈਂ ਨਹੀਂ ਕਹਾਂਗਾ, ਸਰੋਤੇ ਜਾਣ ਤੇ ਜਿਹੜੇ ਬੈਠੇ ਨੇ ਇਹ ਜਰਾ ਧਿਆਨ ਕਰ ਲੈਣ ਕਿ ਮੈਂ ਉਹਨਾਂ ਦੀ ਬੋਲੀ ਬੋਲ ਰਿਹਾ। ਉਹ ਕਹਿੰਦੇ ਨੇ ਕਿ ਸਤਿਗੁਰੂ ਬਾਲਕ ਸਿੰਘ ਨੂੰ ਜਿਹੜੀ ਆ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਤੇ ਉਸ ਤੋਂ ਬਾਅਦ ਉਹ ਆਪਣੀ ਗੱਦੀ ਚਲਾ ਰਹੇ। ਉਸ ਤੋਂ ਬਾਅਦ ਉਹ ਬਾਬੇ ਰਾਮ ਸਿੰਘ ਨੂੰ 12ਵਾਂ ਗੁਰੂ ਮੰਨਦੇ ਆ
ਔਰ ਇਹ ਕਿਤਾਬ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਕਿਤਾਬਾਂ ਲਿਖ ਕੇ ਤੇ ਉਹਨਾਂ ਨੇ ਸਿੱਧ ਕੀਤਾ ਹੈ, ਪਰ ਅੱਜ ਤੱਕ ਕਿਸੇ ਸਿੱਖ ਵਿਦਵਾਨ ਨੇ ਜਾਂ ਸਾਡੀ ਕਿਸੇ ਧਾਰਮਿਕ ਸੰਸਥਾ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਉਹਨਾਂ ਤੇ ਸਵਾਲ ਕੀਤਾ ਹੈ ਕਿ ਤੁਹਾਡੇ ਕੋਲੇ ਕੀ ਸਬੂਤ ਹੈ ਕਿ 1812 ਤੱਕ 104 ਸਾਲ ਗੁਰੂ ਗੋਬਿੰਦ ਸਿੰਘ ਜੀ ਨਾਂ ਬਦਲ ਕੇ ਤੇ ਭੇਸ ਬਦਲ ਕੇ ਇਸ ਸੰਸਾਰ ਤੇ ਵਿਚਰੇ। ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ, ਜੇ ਕੀਤਾ ਤਾਂ ਦੱਸੋ। ਔਰ ਉਹਨਾਂ ਨੇ ਗੁਰਬਾਣੀ ਦੇ ਗੁਟਕੇ ਪਬਲਿਸ਼ ਕੀਤੇ ਨੇ, ਜਿਸ ਤਰ੍ਹਾਂ ਕਿ 800 ਪੰਨਿਆਂ ਦਾ ਗੁਟਕਾ ਹੈ, 100 ਪੰਨਿਆਂ ਦੀ ਭੂਮਿਕਾ ਹੈ। ਇਹ ਕੇਵਲ ਭੂਮਿਕਾ ਦੀਆਂ ਜਿਹੜੀਆਂ ਫੋਟੋ ਕਾਪੀਆਂ ਨੇ, ਇਹ ਮੈਂ ਤੁਹਾਡੇ ਕੋਲੇ ਲਿਆਂਦੀਆਂ ਨੇ, ਓਰੀਜਨਲ ਗੁਟਕਾ ਵੀ ਲਿਆਂਦਾ ਹੈ। ਇਹਦੇ ਵਿੱਚ 100 ਪੰਨਿਆਂ ਦੇ ਵਿੱਚ ਉਹਨਾਂ ਨੇ ਜੋ ਲਿਖਿਆ ਹੈ, ਗੁਰਬਾਣੀ ਦੀਆਂ ਤੁਕਾਂ ਪਹਿਲਾਂ ਤਾਂ ਉਹਨਾਂ ਨੇ ਉਹ ਲਿਖਦੇ ਨੇ, ਆ ਤੁਸੀਂ ਦੇਖੋ, ਇੱਕ ਓੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ, ਨਾਮ ਧਾਰੀ ਨਿਤਨੇਮ। ਮੇਰਾ ਸਵਾਲ ਹੈ, ਤੁਸੀਂ ਵਿਦਵਾਨ ਸੱਜਣ ਬੈਠੇ ਹੋ, ਸਤਿਗੁਰੂ ਗੁਰਬਾਣੀ ਦੇ ਗੁਟਕਿਆਂ ਦੇ ਸਰਲੇਖ ਸ੍ਰੀ ਸਤਿਗੁਰੂ ਰਾਮ ਸਿੰਘ ਸਹਾਏ, ਨਾਮਧਾਰੀ ਨਿਤਨੇਮ, ਕੀ ਗੁਰਬਾਣੀ ਦੀ ਰਚਨਾ ਨਾਮਧਾਰੀਆਂ ਨੇ ਕੀਤੀ ਹੈ? ਫਿਰ ਇਹ ਗੁਰਬਾਣੀ ਦੀਆਂ ਜਿੰਨੀਆਂ ਗੁਰਬਾਣੀਆਂ ਨੇ ਇਹਦੇ 'ਚ ਅੰਕਿਤ ਨੇ ਉਹਨਾਂ ਦੇ ਨਾਂ, ਜਿਸ ਤਰ੍ਹਾਂ ਕਿ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵਈਏ, ਸਾਰੀਆਂ ਬਾਣੀਆਂ ਲਿਖ ਕੇ ਆਸਾ ਦੀ ਵਾਰ, ਤੇ ਇਹਦੇ ਵਿੱਚ ਉਹ ਹਮਨ ਦੀਆਂ ਬਾਣੀਆਂ ਵੀ ਲਿਖਦੇ ਨੇ। ਕੀ ਸਿੱਖ ਧਰਮ ਦੇ ਵਿੱਚ ਹਮਨ ਕਰਨ ਦੀ ਕੋਈ ਮਾਨਤਾ ਹੈ? ਤੇ ਫਿਰ ਉਹ ਹਮਨ ਦੀਆਂ ਬਾਣੀਆਂ ਵੀ ਹਮਨ ਵੀ ਕਰਦੇ ਆ। ਅਰਦਾਸ ਪਾਤਸ਼ਾਹੀ 12, ਉਹ ਪਾਤਸ਼ਾਹੀ 12 ਵੀ ਕਹਿੰਦੇ ਨੇ। ਇੱਥੇ ਥੋੜਾ ਜਿਹਾ ਕਈਆਂ ਨੂੰ ਹੋ ਸਕਦਾ ਗਿਲ ਸਾਹਿਬ ਨੂੰ ਤਾਂ ਪਤਾ ਹੋਵੇਗਾ, ਆਮ ਸ਼ਾਇਦ ਨੌਜਵਾਨਾਂ ਨੂੰ ਨਾ ਪਤਾ ਹੋਵੇ, ਉਹ ਪਾਤਸ਼ਾਹੀ 12 ਵੀ ਕਹਿੰਦੇ ਆ। ਪਰ ਜਦੋਂ ਉਹ ਅਰਦਾਸ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ, ਉਹ ਆਪਣੇ ਗੁਰੂਆਂ ਦੀ ਗਿਣਤੀ ਜਦੋਂ ਕਰਦੇ ਨੇ ਤੇ ਉਹਦੇ ਵਿੱਚ ਇਸ ਟਾਈਮ ਤੇ ਜਿਵੇਂ ਕਿ ਉਹ ਬਾਬਾ ਬਾਲਕ ਸਿੰਘ, ਬਾਬਾ ਰਾਮ ਸਿੰਘ, ਬਾਬਾ ਹਰੀ ਸਿੰਘ, ਬਾਬਾ ਪ੍ਰਤਾਪ ਸਿੰਘ, ਮੈਂ ਬਾਬਾ ਲਫ਼ਜ਼ ਵਰਤ ਰਿਹਾ ਕਿਉਂਕਿ ਕਿਸੇ ਦੇ ਵੀ ਪ੍ਰਥਾਏ ਆਪ ਸ਼ਬਦ ਅਸੀਂ ਸਟੇਜ ਤੇ ਖਲੋ ਕੇ ਨਹੀਂ ਕਹਿ ਸਕਦੇ। ਕਿਤੇ ਹੋ ਸਕਦਾ ਕਿ ਕੁਝ ਨੌਜਵਾਨ ਇਸ ਤਰ੍ਹਾਂ ਦੇ ਵੀ ਹੋ ਸਕਦਾ ਵੀ ਤੂੰ ਬਾਬਾ ਲਫ਼ਜ਼ ਉਹਨਾਂ ਨੂੰ ਕਿਉਂ ਵਰਤਿਆ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ। ਜਿਵੇਂ ਕਿ ਉਸ ਦਿਨ ਬੁੱਤਾਂ ਦਾ ਉੱਥੇ ਮਸਲਾ ਚੱਲ ਰਿਹਾ ਸੀ ਤੇ ਉੱਥੇ ਗੱਲ ਹੋਰ ਸੀ ਤੇ ਲੈ ਹੋਰ ਪਾਸੇ ਨੂੰ ਗਏ। ਸੋ ਮੈਂ ਉਹਨਾਂ ਨੂੰ ਅਪਸ਼ਬਦ ਨਹੀਂ ਕੋ ਕਹਿ ਸਕਦਾ, ਬਾਬਾ ਲਫ਼ਜ਼ ਬੋਲ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬਾਲਕ ਸਿੰਘ 11ਵਾਂ ਗੁਰੂ ਜੀ ਨੂੰ ਮੰਨਦੇ ਹੋ, ਬਾਬਾ ਰਾਮ ਸਿੰਘ 12ਵਾਂ, ਤੇ ਗਿਣਤੀ ਅੱਗੇ ਬਾਬਾ ਹਰੀ ਸਿੰਘ, ਪ੍ਰਤਾਪ ਸਿੰਘ, ਜਗਜੀਤ ਸਿੰਘ, ਉਦੈ ਸਿੰਘ ਤੱਕ ਗਿਣਦੇ ਆ ਜਿਹੜਾ ਹੁਣ ਬੈਠਾ ਹੈ। ਪਰ ਉਹ 12ਵੀਂ ਪਾਤਸ਼ਾਹੀ ਕਿਉਂ ਕਹਿੰਦੇ ਆ? ਉਹਨਾਂ ਦੀ ਆਪਣਾ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਜਿਹਨੂੰ ਉਹ ਗੁਰੂ ਮੰਨਦੇ ਨੇ, ਬਾਬੇ ਰਾਮ ਸਿੰਘ ਨੂੰ ਉਹ ਸਤਿਗੁਰੂ ਕਹਿੰਦੇ ਨੇ, ਉਹ ਕਹਿੰਦੇ ਆ ਕਿ ਉਹ ਅਜੇ ਤੱਕ ਸਰੀਰਕ ਤੌਰ ਤੇ ਹੈ, ਉਹ ਆਉਣਗੇ ਤੇ ਫਿਰ ਅੱਗੇ ਚਲਾਉਣਗੇ। ਇਸ ਕਰਕੇ ਉਹ ਪਾਤਸ਼ਾਹੀ 12ਵੀਂ ਕਹਿੰਦੇ ਆ, ਪਰ ਗਿਣਦੇ ਸਾਰੇ ਹੀ ਨੇ। ਸੋ ਇਹ ਤਾਂ ਉਹ ਅਰਦਾਸ ਕਰਦੇ ਆ। ਇਸ ਅਰਦਾਸ ਦੀ ਜਿਹੜਾ ਗੁਰਬਾਣੀ ਦਾ ਗੁਟਕਾ ਹੈ, ਜਿਹਦੇ 100 ਪੰਨਿਆਂ ਦੀ ਭੂਮਿਕਾ ਹੈ, ਇਹ 100 ਪੰਨਿਆਂ ਦੀ ਭੂਮਿਕਾ 'ਚ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਆਪਣੇ ਹਿਸਾਬ ਨਾਲ ਕਰਕੇ ਉਹ ਇਹ ਗੱਲ ਕਹਿੰਦੇ ਆ ਕਿ ਗੁਰਬਾਣੀ ਕਹਿੰਦੇ ਆ ਕਿ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ। ਇਹ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਇਆ। ਔਰ ਅੱਜ ਵੀ ਉਹ ਗੁਰਬਾਣੀ ਦੇ ਗੁਟਕੇ ਪਬਲਿਸ਼ ਕਰ ਰਹੇ ਨੇ, ਜਿਹੜਾ ਕਿ ਤੁਹਾਡੇ ਸਾਹਮਣੇ ਇਹ ਤੁਸੀਂ ਦੇਖ ਸਕਦੇ ਹੋ। ਜਿਹੜਾ ਸਿਰਲੇਖ ਇੱਕ ਓੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ, ਨਾਮਧਾਰੀ ਨਿਤਨੇਮ, ਔਰ ਇਹ ਜਿਹੜਾ ਗੁਟਕਾ ਹੈ, ਇਹ ਜਿਹੜੀ ਪ੍ਰੈਸ ਆਪਣੇ ਆਪ ਨੂੰ ਸਿੱਖਾਂ ਦੀ ਬਹੁਤ ਵੱਡੀ ਅਲੰਬਰਦਾਰ ਦੱਸਦੀ ਹੈ,
ਪ੍ਰਿੰਟਵੈਲ ਪ੍ਰੈਸ ਅੰਮ੍ਰਿਤਸਰ, ਇਹ ਉਸ ਪ੍ਰੈਸ ਤੋਂ ਛਪਿਆ। ਜੋ ਕੁਝ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਭੂਮਿਕਾ ਤੇ ਗੁਰਬਾਣੀ ਦੀਆਂ ਤੁਕਾਂ ਤੇ ਉਹਨਾਂ ਦੇ ਅਰਥ ਆਪਣੇ ਸਾਹਮਣੇ ਇਹਨਾਂ ਗੁਟਕਿਆਂ 'ਚ ਹੈ। ਔਰ ਇਹ ਗੁਟਕੇ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਰਮਾਂ ਦੇ ਵਿੱਚ ਵੰਡੇ ਗਏ ਆ, ਫ੍ਰੀ ਵੰਡੇ ਨੇ ਨਾਮਧਾਰੀਆਂ ਨੇ। ਉਹਨਾਂ ਨੇ ਪ੍ਰਦਰਸ਼ਨੀ ਲਾਈ ਰੱਖੀ ਕਈ ਦਿਨ। ਉਸ ਪ੍ਰਦਰਸ਼ਨੀ ਦੇ ਸਮੇਂ ਉਹਨਾਂ ਦਾ ਟੈਂਟ ਲੱਗਾ ਸੀ, ਉਹ ਵੀਡੀਓ ਬਣਾ ਰਹੇ ਸਨ, ਆਪਣਾ ਲਿਟਰੇਚਰ ਵੰਡ ਰਹੇ ਸੀ। ਔਰ ਮੈਂ ਉੱਥੇ ਜਾ ਕੇ ਵਿਰੋਧ ਵੀ ਕੀਤਾ। ਉਸ ਟਾਈਮ ਤੇ ਚਰਨਜੀਤ ਸਿੰਘ ਪੱਤਰਕਾਰ ਸਪੋਕਸਮੈਨ, ਉਹ ਕਹਿਣ ਲੱਗਾ ਤੂੰ ਇਹਨਾਂ ਦਾ ਵਿਰੋਧ ਕਿਉਂ ਕਰਦਾ ਹੈ? ਮੈਂ ਕਿਹਾ ਮੈਂ ਬਿਲਕੁਲ ਕਰਾਂਗਾ। ਇਹਨਾਂ ਨੂੰ ਕੀ ਅਧਿਕਾਰ ਹੈ ਇੱਥੇ ਆ ਕੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਉਹਨਾਂ ਦੇ ਅਰਥ ਆਪਣੇ ਹਿਸਾਬ ਨਾਲ ਕਰਕੇ ਕਹਿੰਦੇ ਨੇ ਕਿ ਦੇਹਧਾਰੀ ਗੁਰੂ ਦੀ ਗੁਰਬਾਣੀ ਕਹਿੰਦੀ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ। ਉਹਨਾਂ ਨੂੰ ਕੀ ਅਧਿਕਾਰ ਹੈ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਆ ਕੇ ਆਪਣਾ ਇਸ ਤਰ੍ਹਾਂ ਲਿਟਰੇਚਰ ਵੰਡਣ ਤੇ ਆਪਣਾ ਉਹ ਪ੍ਰਚਾਰ ਕਰਨ? ਮੈਂ ਵਿਰੋਧ ਕਰਾਂਗਾ। ਸੋ ਮੈਂ ਵਿਰੋਧ ਕੀਤਾ। ਉੱਥੋਂ ਉਸ ਤੋਂ ਬਾਅਦ ਉਹ ਉਹਨਾਂ ਦਾ ਜਿਹੜਾ ਡਮਡਮਾ ਸੀ ਚੁਕਾਇਆ ਵੀ ਗਿਆ, ਪਰ ਉਹ ਆਪਣੀ ਕਾਰਵਾਈ ਸਾਰੀ ਕਰਕੇ ਵੀਡੀਓ ਬਣਾ ਗਏ। ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਸਿੱਖ ਕੌਮ ਅੱਜ ਤੱਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮੈਂ ਇਹਦੇ ਨਾਲ ਕੜੀਆਂ ਜੋੜਨੀਆਂ ਨੇ ਕਿ ਕਿੱਥੋਂ ਕਿੱਥੋਂ ਕੜੀਆਂ ਇਹਨਾਂ ਡਮੀ ਗੁਰੂਆਂ ਨੂੰ ਮਾਨਤਾ ਦੇਣ ਵਾਸਤੇ ਕੌਣ ਕੌਣ ਹਿੱਸੇਦਾਰ ਹੈ। ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਕੀ ਮੈਂ ਸੱਚ ਬੋਲ ਸਕਦਾ? ਇਹ ਦੱਸ ਦਿਓ ਜੀ, ਬੋਲ ਕੇ ਇਸ ਚੀਜ਼ ਦਾ ਵੀ ਡਰ ਆਉਂਦਾ ਜੀ, ਕਿਉਂਕਿ ਇੱਥੇ ਵਿਵਾਦ ਨਾ ਖੜਾ ਹੋ ਜਾਏ ਕਿਤੇ। ਮੈਂ ਵਿਵਾਦ ਨਹੀਂ ਕਿਤੇ ਪਾਉਂਦਾ, ਸੱਚ ਸੁਣਨੀ ਆਏ। ਸੋ ਮੈਂ ਬੇਨਤੀ ਕਰਾਂ ਕਿ ਕੜੀਆਂ ਜੋੜਨੀਆਂ ਨੇ ਕਿ ਕੌਣ ਕੌਣ ਲੋਕ ਜਿਹੜੇ ਆਪਣੇ ਆਪ ਨੂੰ ਪੰਥ ਦੇ ਵਾਹਿਦ ਮਾਲਕ ਕਹਾਉਂਦੇ ਨੇ ਔਰ ਲੋਕਾਂ ਨੇ ਮੰਨਿਆ ਵੀ ਉਹਨਾਂ ਨੂੰ, ਉਹਨਾਂ ਨੇ ਕੀ ਕੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਸ ਯੂਨੀਵਰਸਿਟੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਹੋਈ ਹੈ 2000 ਚ। ਮੇਰਾ ਸਵਾਲ ਹੈ ਕਿ ਸਤਿਗੁਰੂ ਸ਼ਬਦ ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕੀ ਅਸੀਂ ਕਿਸੇ ਨੂੰ ਸਤਿਗੁਰੂ ਸ਼ਬਦ ਨਾਲ ਸੰਬੋਧਨ ਕਰ ਸਕਦੇ ਹਾਂ? ਨਹੀਂ। ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਹੋਈ, ਕੀ ਕੋਈ ਬੋਲਿਆ? ਪਰਦਾਸ ਉਸ ਵਕਤ ਵੀ ਬੋਲਿਆ, ਔਰ ਜੋ ਬੋਲਿਆ ਹੀ ਨਹੀਂ ਉਹ ਗੁਰਮਤਿ ਪ੍ਰਕਾਸ਼ ਮੈਗਜ਼ੀਨ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਬਲਿਸ਼ ਹੁੰਦਾ ਹੈ, ਉਹਦੇ ਵਿੱਚ ਉਹ 4 ਲਾਈਨਾਂ ਅੰਕਿਤ ਵੀ ਨੇ। ਉਹ ਕਿਸ ਤਰ੍ਹਾਂ ਹੋਈਆਂ ਉਹ ਗੱਲ ਫੇਰ। ਸੋ ਚੇਅਰ ਜਿਹੜੀ ਸਥਾਪਿਤ ਕੀਤੀ ਉਹ ਕਿਹਨੇ ਕੀਤੀ? ਪੰਜਾਬ ਦੇ ਮੁੱਖ ਮੰਤਰੀ ਨੇ। ਮੁੱਖ ਮੰਤਰੀ ਕੌਣ? ਪ੍ਰਕਾਸ਼ ਸਿੰਘ ਬਾਦਲ। ਮੈਂ ਸਿੰਘ ਨਹੀਂ ਕਹਿੰਦਾ, ਪ੍ਰਕਾਸ਼ ਸਿੰਘ ਬਾਦਲ ਉਹਨੇ। ਔਰ ਉਹ ਮੁੱਖ ਮੰਤਰੀ ਹੈ, ਮੁੱਖ ਮੰਤਰੀ ਕਿਸੇ ਹੋਰ ਪਾਰਟੀ ਦਾ ਨਹੀਂ। ਸਿੱਖਾਂ ਦੀ ਰਾਜਨੀਤਿਕ ਪਾਰਟੀ ਜੋ ਮੰਨੀ ਜਾਂਦੀ ਹੈ, ਉਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ। ਪਰ ਕੀ ਕਿਸੇ ਨੇ ਉੱਤੇ ਕੋਈ ਸਵਾਲ ਉਠਾਇਆ ਤੂੰ ਇਹ ਕੀ ਕੀਤਾ? ਉਹਨਾਂ ਨੇ ਗੁਰਬਾਣੀ ਦੇ ਗੁਟਕੇ ਪਬਲਿਸ਼ ਕਰਤੇ, ਉਹਨਾਂ ਨੇ ਕਿਤਾਬਾਂ ਲਿਖਤੀਆਂ, ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰ ਲਈ, ਉਹਨਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਹ ਆ ਗੁਟਕੇ ਪਬਲਿਸ਼ ਕੀਤੇ, ਵੰਡੇ ਨੇ, ਵੀਡੀਓ ਬਣਾਈਆਂ, ਉਹ ਸਾਰੇ ਪ੍ਰੂਫ ਇਕੱਠੇ ਕਰ ਰਹੇ। ਮੇਰਾ ਸਵਾਲ ਹੈ ਖਾਲਸਾ ਜੀ ਇੱਕ, ਵੀ ਆਉਣ ਵਾਲੇ ਸਮੇਂ 'ਚ ਉਹ ਕਰਨ ਕੋਰਟ ਵਿੱਚ ਕੇਸ ਕਿ ਇਹ ਸ੍ਰੀ ਅਕਾਲ ਤਖਤ ਦਰਬਾਰ ਸਾਹਿਬ ਜਿੰਨੇ ਵੀ ਗੁਰਦੁਆਰੇ ਨੇ ਇਹ ਸਾਰੇ ਸਾਡੇ ਨੇ, ਤੇ ਸਾਡੇ ਧੂਤੇ ਜੋ ਉੱਥੇ ਬੈਠੇ ਨੇ, ਮੈਂ ਧੂਤੇ ਕਹਾਂਗਾ ਕਿਉਂਕਿ ਉਹ ਬਾਦਲ ਦੇ ਧੂਤੇ
ਤੇ ਬਾਦਲ RSS ਦਾ ਧੂਤਾ। ਸੋ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਇਹ ਕੀ ਕਰ ਰਹੇ ਹੋ। ਉਹ ਕਹਿਣਗੇ ਉੱਥੇ ਅਦਾਲਤ ਵਿੱਚ ਜਵਾਬ ਦੇਣਗੇ, ਨਹੀਂ ਜੀ ਇਹ ਤਾਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਚੁਣੀ ਹੋਈ ਹੈ ਤੇ ਗੁਰਦੁਆਰੇ ਸਾਡੇ ਉਹ ਆਪਣਾ ਸਬੂਤ ਪੇਸ਼ ਕਰਨਗੇ। ਆਏ ਦੇਖੋ ਕਿਤਾਬਾਂ ਜਿਹੜੀਆਂ ਦੱਸ ਰਹੀਆਂ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪਣੇ ਹੱਥੀਂ ਬਾਬੇ ਬਾਲਕ ਸਿੰਘ ਨੂੰ ਗੁਰਤਾ ਗੱਦੀ ਦਿੱਤੀ ਸੀ ਔਰ ਉਹ ਗੱਦੀ ਪੀੜ੍ਹੀ ਦਰ ਪੀੜ੍ਹੀ ਅਸੀਂ ਚਲੇ ਆ ਰਹੇ ਹਾਂ। ਇਸ ਕਰਕੇ ਸਾਡਾ ਹੱਕ ਹੈ। ਉਹ ਆਪਣੇ ਸਬੂਤ ਪੇਸ਼ ਕਰਨਗੇ ਕਿ ਇਹ ਗੁਰਬਾਣੀ ਦੇ ਗੁਟਕੇ ਜਿਨ੍ਹਾਂ 'ਚ ਅਸੀਂ ਆਪ ਭੂਮਿਕਾ ਲਿਖੀ ਹੈ। ਫਿਰ ਉਹ ਕਹਿਣਗੇ ਅਸੀਂ ਦਰਬਾਰ ਸਾਹਿਬ 'ਚ ਵੰਡੇ ਪ੍ਰਦਰਸ਼ਨ ਲੈ ਰੱਖੀਆਂ। ਉਹ ਕਹਿਣਗੇ ਇਹ ਇਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਨੇ, ਇਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਨੇ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਹੈ, ਇਹ ਵੀ ਸਾਨੂੰ ਮਾਨਤਾ ਦਿੱਤੀ ਹੋਈ ਹੈ। ਉਹ ਸਾਰੇ ਸਬੂਤ ਜਦੋਂ ਪੇਸ਼ ਕਰਨਗੇ ਤੇ ਜਿਸ ਕੋਰਟ ਨੇ ਅੱਜ, ਮੈਂ ਨਹੀਂ ਕਹਿੰਦਾ, ਜੋ ਕਿ ਰਾਮ ਜਨਮ ਭੂਮੀ ਦਾ ਫੈਸਲਾ ਪਿਆ ਸੁਪਰੀਮ ਕੋਰਟ ਨੇ ਕੀਤਾ ਔਰ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਉਸ ਫੈਸਲੇ ਦੇ ਉੱਤੇ ਰਿਟਾਇਰਡ ਜੱਜਾਂ ਨੇ ਗਿੱਲ ਸਾਹਿਬ ਟਿੱਪਣੀਆਂ ਕੀਤੀਆਂ ਕਿ ਇਹ ਫੈਸਲਾ ਭਾਵਨਾਵਾਂ ਦੇ ਆਧਾਰ ਤੇ ਹੋਇਆ। ਜੇਕਰ ਕੋਰਟ ਸਬੂਤਾਂ ਨੂੰ ਇੱਕ ਪਾਸੇ ਰੱਖ ਕੇ ਭਾਵਨਾਵਾਂ ਨੂੰ ਆਧਾਰ ਮੰਨ ਕੇ ਫੈਸਲਾ ਕਰ ਸਕਦੀ ਹੈ ਤੇ ਫਿਰ ਆ ਜਿਹੜੇ ਸਬੂਤ ਕੂਕਿਆਂ ਕੋਲ ਨੇ ਤੇ ਕੀ ਉਹ ਫੈਸਲਾ ਉਹਨਾਂ ਦੇ ਹੱਕ 'ਚ ਨਹੀਂ ਹੋਏਗਾ। ਇੱਥੇ ਇੱਕ ਮੇਰਾ ਮਿੱਤਰ ਪਿਆਰਾ ਤੇ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਕੂਕੇ ਆ ਕੁਛ ਕਰ ਰਹੇ ਆ ਤੇ ਜੇ ਇਸ ਤਰ੍ਹਾਂ ਕੇਸ ਕਰ ਦੇਣ ਆਂਦਾ ਕੀ ਕਰਨਗੇ, ਉਹ ਹੈ ਕੀ ਨੇ। ਮੈਂ ਕਿਹਾ ਜੇ ਉਹ ਕੀ ਨਹੀਂ ਤੇ ਤੁਸੀਂ ਇਹ ਦੱਸੋ ਵੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਅਜੇ ਤੱਕ ਅਸੀਂ ਉਹ ਸਾਹਮਣੇ ਨਹੀਂ ਲਿਆ ਸਕੇ ਤੇ ਜਿਹੜੀਆਂ ਕੋਰਟਾਂ ਦੇ ਵਿੱਚ ਅਸੀਂ ਲਿਲੜੀਆਂ ਕੱਢਦੇ ਫਿਰਦੇ ਆ, ਉਹ ਕੋਰਟ ਜਦੋਂ ਫੈਸਲਾ ਕਰ ਦੇਗੀ ਤੇ ਫਿਰ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਕੀ ਉਸ ਫੈਸਲੇ ਨੂੰ ਲਾਗੂ ਨਹੀਂ ਕਰਾਊਗੀ। ਇਹ ਵਿਚਾਰਨ ਵਾਲੀ ਹੈ ਗੱਲ ਹੈ। ਸੋ ਇਸ ਮਸਲੇ ਨੂੰ ਲੈ ਕੇ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੁਲਾਈ 2018 ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਔਰ ਹੋਰ ਵੀ ਕਿਤਾਬਾਂ ਜੋ ਕਿ ਮੇਰੇ ਕੋਲ ਭੁਲੇਖੇ ਨਾਲ ਗੱਡੀ 'ਚ ਰਹਿ ਗਈਆਂ। ਮੈਂ 5-7 ਕਿਤਾਬਾਂ ਲੈ ਕੇ ਆਇਆ ਸੀ ਪਰ ਉਹ ਇੱਕ ਤਾਂ ਵਜਨ ਜ਼ਿਆਦਾ, ਇੱਕ ਕਾਲੀ 'ਚ ਰਹਿ ਗਈ, ਲਿਆ ਨਹੀਂ ਸਕਿਆ। ਜਦੋਂ ਕਹੋਗੇ ਲਿਆਵਾਂਗਾ। ਸੋ ਉਹ ਕਿਤਾਬਾਂ ਦੀਆਂ ਫੋਟੋ ਕਾਪੀਆਂ ਕਰਾ ਕੇ, ਗੁਰਬਾਣੀ ਦੇ ਗੁਟਕਿਆਂ ਦੀਆਂ ਫੋਟੋ ਕਾਪੀਆਂ ਕਰਾ ਕੇ ਤੇ ਮੈਂ ਕੋਈ 35-40 ਆਬਜੈਕਸ਼ਨ ਲਾ ਕੇ ਇੱਕ ਮੰਗ ਪੱਤਰ ਦਿੱਤਾ ਲੌਂਗੋਵਾਲ ਨੇ। ਉਹ ਅੱਗੇ ਸਿੱਖ ਇਤਿਹਾਸ ਰਿਸਰਚ ਬੋਰਡ ਨੂੰ ਭੇਜ ਦਿੱਤਾ। ਸਿੱਖ ਇਤਿਹਾਸ ਰਿਸਰਚ ਬੋਰਡ ਨੇ ਉਹਦੀ ਪੜਤਾਲ ਕਰਕੇ ਤੇ ਰਿਪੋਰਟ ਦੇ ਦਿੱਤੀ ਕਿ ਇਹ ਬਲਦੇਵ ਸਿੰਘ ਸਰਸਾ ਵੱਲੋਂ ਕੀਤੀ ਹੋਈ ਸ਼ਿਕਾਇਤ ਦੇ ਮੁਤਾਬਕ ਜੋ ਇਹ ਲਿਖਿਆ ਠੀਕ ਹੈ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਤੋਂ ਬਾਅਦ ਉਹ ਪ੍ਰਧਾਨ ਕੋਲੇ ਫਿਰ ਆ ਗਏ। ਪ੍ਰਧਾਨ ਨੇ ਫਿਰ ਧਰਮ ਪ੍ਰਚਾਰ ਕਮੇਟੀ ਨੂੰ ਭੇਜਿਆ। ਧਰਮ ਪ੍ਰਚਾਰ ਕਮੇਟੀ ਦੀ 17/10/2018 ਨੂੰ ਮੀਟਿੰਗ ਹੋਈ। ਉਸ ਮੀਟਿੰਗ ਮਤਾ ਨੰਬਰ 460 ਉਹਨਾਂ ਨੇ ਜਿਹੜਾ ਸੀ ਮਤਾ ਲਿਖ ਕੇ ਤੇ ਉਹ ਵੀ ਪ੍ਰਧਾਨ ਨੂੰ ਭੇਜ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤੇ ਨਾਲ ਉਹਨਾਂ ਨੇ ਇੱਕ ਲਾਈਨ ਲਿਖੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਪ੍ਰਾਪਤ ਕੀਤਾ ਜਾਵੇ। ਉਹ ਪ੍ਰਧਾਨ ਨੇ ਦੁਬਾਰਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਭੇਜ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੈਨੂੰ ਨਹੀਂ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕਿੰਨੇ ਲੋਕ ਸਹਿਮਤ ਨੇ ਕਿੰਨੇ ਨਹੀਂ, ਮੈਂ ਵੀ ਹਾਂ ਜਾਂ ਨਹੀਂ, ਪਰ ਇਹ ਗੱਲਾਂ ਇੱਕ ਬੜੀਆਂ ਵਿਚਾਰ ਦੀਆਂ ਦੂਰਨੇਸ਼ੀ ਵਾਲੀਆਂ ਨੇ ਕਿਉਂਕਿ ਬਹੁਤ ਕੁਝ ਹੋਇਆ। ਪਰ ਕੋਈ ਵੀ ਆਦਮੀ
ਜਿਹੜਾ ਚੰਗਾ ਕੰਮ ਕਰਦਾ ਹੈ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ, ਉਹ ਕ੍ਰੈਡਿਟ ਉਹਨੂੰ ਦੇਣਾ ਬਣਦਾ ਸਾਡਾ। ਹਰ ਗੱਲ ਭਾਵੇਂ ਕਿੰਨੇ ਵੀ ਮਾੜੇ ਕੰਮ ਕੀਤੇ ਹੋਣ, ਪਰ ਜਿਹੜਾ ਕੋਈ ਚੰਗਾ ਕੰਮ ਕੀਤਾ ਉਹ ਚੰਗੇ ਦੀ ਗੱਲ ਕਰਨੀ ਬਣਦੀ। ਗਿਆਨੀ ਹਰਪ੍ਰੀਤ ਸਿੰਘ ਨੇ 24/12/2018 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ਤੇ ਆਦੇਸ਼ ਜਾਰੀ ਕੀਤਾ ਹੈ ਕਿ ਇਹਨਾਂ ਕੂਕਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਸ਼੍ਰੋਮਣੀ ਕਮੇਟੀ ਨੇ ਅੱਗੋਂ ਕੀ ਕੀਤਾ, ਉਹਨਾਂ ਨੇ ਇੱਕ ਬੰਨੇ ਤੇ ਕਹਿੰਦੇ ਆ, ਲੋਕਾਂ ਨੂੰ ਉਪਦੇਸ਼ ਕਰਦੇ ਆ ਕਿ ਅਕਾਲ ਤਖਤ ਸੁਪਰੀਮ ਹੈ, ਇੱਥੋਂ ਜੋ ਵੀ ਆਦੇਸ਼ ਜਾਰੀ ਹੋਵੇ ਉਹ ਸਿੱਖ ਕੌਮ ਲਈ ਇਲਾਹੀ ਹੁਕਮ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਉਸ ਤੋਂ ਬਾਅਦ ਇੱਕ ਸਬ ਕਮੇਟੀ ਬਣਾ ਦਿੰਦੀ ਹੈ। ਲੇਕਿਨ ਸਬ ਕਮੇਟੀ ਨੇ ਵੀ 28/3/19 ਨੂੰ, ਜੋ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਰਿਪੋਰਟ, ਧਰਮ ਪ੍ਰਚਾਰ ਕਮੇਟੀ ਦਾ ਮਤਾ ਨੰਬਰ 460 ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੇ ਮੁਤਾਬਕ ਉਹਨਾਂ ਨੇ ਵੀ ਆਪਣੀ ਰਾਏ ਦੇ ਦਿੱਤੀ, ਰਿਪੋਰਟ ਕਰਤੀ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਅਫਸੋਸ ਕਿ ਸ਼੍ਰੋਮਣੀ ਕਮੇਟੀ ਨੇ ਅੱਗੇ ਕੁਝ ਨਹੀਂ ਕੀਤਾ। ਮੈਂ ਆਰਟੀਆਈ 'ਚ ਸਭ ਕੁਝ ਲੈ ਲਿਆ। ਲੈਣ ਤੋਂ ਬਾਅਦ ਮੈਂ ਸ਼੍ਰੋਮਣੀ ਕਮੇਟੀ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ, ਔਰ ਜੋ ਚੇਤਾਵਨੀ ਪੱਤਰ ਦਿੱਤਾ ਉਸ ਤੋਂ ਬਾਅਦ ਉਹ ਉੱਥੇ ਜੋ ਕੁਝ ਹੋਇਆ ਬੋਲਣ ਤੋਂ ਰੋਕਾ ਗਿਆ, ਉਹ ਵੀ ਵੀਡੀਓ ਤੁਸੀਂ ਵੇਖ ਸਕਦੇ ਹੋ ਆਪਣਾ ਸਾਂਝਾ ਪੰਜਾਬ ਦੇ ਉੱਤੇ। ਉਹ ਚੈਨਲ ਮੇਰੇ ਨਾਲ ਉਸ ਦਿਨ ਗਿਆ ਸੀ, ਲੇਕਿਨ ਉਹਨਾਂ ਫਿਰ ਵੀ ਕੁਛ ਨਾ ਕੀਤਾ। ਉਸ ਤੋਂ ਬਾਅਦ 185 ਮੈਂਬਰ ਨੇ SGPC। ਮੈਂ ਵਕੀਲਾਂ ਨਾਲ ਰਾਏ ਕੀਤੀ ਕਿ ਸ਼੍ਰੋਮਣੀ ਕਮੇਟੀ ਕੁਛ ਕਰ ਨਹੀਂ ਰਹੀ, ਕੀ ਇਹਨਾਂ ਤੇ ਕੇਸ ਬਣਦਾ ਕਿ ਨਹੀਂ। ਮੇਰਾ ਵਕੀਲ ਕਹਿਣ ਲੱਗਿਆ ਕਿ ਬਣਦਾ, ਪਰ ਪਹਿਲਾਂ ਨੋਟਿਸ ਦੇਣਾ ਪਵੇ। ਮੈਂ ਆਪਣੇ ਵਕੀਲ ਦੇ ਰਾਹੀਂ ਉਹ ਕਹਿਣ ਲੱਗਾ ਵੀ ਐਗਜ਼ੈਕਟਿਵ ਜਿਹੜੀ ਆ ਸਾਰੀ ਜ਼ਿੰਮੇਵਾਰ ਹੈ, ਐਗਜ਼ੈਕਟਿਵ ਨੂੰ ਨੋਟਿਸ ਦੇ ਦਿਓ ਤੇ ਆਪਾਂ ਕੇਸ ਕਰ ਦਿਆਂ। ਮੈਂ ਕਿਹਾ ਐਗਜ਼ੈਕਟਿਵ ਕੱਲ ਹੀ ਨਹੀਂ ਦੇਣਾ, 185 ਮੈਂਬਰ ਨੇ, ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਉਹ ਕੱਲ ਨੂੰ ਕਹਿਣਗੇ ਸਾਨੂੰ ਤਾਂ ਜੀ ਪਤਾ ਹੀ ਨਹੀਂ, ਕਿਉਂ ਨਾ ਉਹਨਾਂ ਨੂੰ ਵੀ ਪਾਰਟੀ ਬਣਾ ਦੇ ਨਾਲ। ਮੈਂ 185 ਮੈਂਬਰਾਂ ਨੂੰ ਆਪਣੇ ਵਕੀਲ ਦੇ ਰਾਹੀਂ ਇਹ ਸਾਰੇ ਦਸਤਾਵੇਜ਼ ਨਾਲ ਲਾ ਕੇ ਤੇ ਨੋਟਿਸ ਦਿੱਤਾ ਹੈ। ਉਸ ਨੋਟਿਸ ਦਾ ਜਵਾਬ ਕੇਵਲ ਇੱਕ ਬੀਬੀ ਜਸਪਾਲ ਕੌਰ, ਜਾਂ ਸ਼ਾਇਦ ਹਲਕਾ ਰਾਮਪੁਰਾ ਫੂਲ ਤੋਂ, ਜ਼ਿਲ੍ਹਾ ਬਠਿੰਡਾ ਤੋਂ, ਉਸ ਬੀਬੀ ਨੇ ਇਹ ਗੱਲ ਕਹੀ ਹੈ ਕਿ ਜੋ ਤੁਸੀਂ ਸਾਨੂੰ ਇਹ ਨੋਟਿਸ ਦਿੱਤਾ ਹੈ ਮੈਂ ਇਹਦੇ ਨਾਲ ਸਹਿਮਤ ਹਾਂ, ਤੇ ਮੈਂ ਇਹ ਚਿੱਠੀ ਜਥੇਦਾਰ ਅਕਾਲ ਤਖਤ ਤੇ ਪ੍ਰਧਾਨ ਨੂੰ ਹੀ ਭੇਜਦੀ ਹਾਂ ਕਿ ਕੂਕਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ। ਜਾਂ ਫਿਰ ਮੈਨੂੰ ਫੋਨ ਆਇਆ ਕੁਲਵੀਰ ਸਿੰਘ ਬੜਾ ਪਿੰਡ ਤੋਂ ਕਿ ਮੈਂ ਜੇਲ੍ਹ 'ਚ, ਇੱਥੇ ਕੋਈ ਲਿਖਤੀ ਜਵਾਬ ਇੱਥੋਂ ਦੇਣਾ ਮੇਰੇ ਵਾਸਤੇ ਮੁਸ਼ਕਲ ਹੈ, ਤੇ ਇਹ ਜੋ ਕਾਰਵਾਈ ਹੈ ਕਰਨੀ ਬਣਦੀ ਹੈ ਤੇ ਮੈਂ ਤੇਰੇ ਨਾਲ। ਬਾਕੀ ਕਿਸੇ ਮੈਂਬਰ ਨੇ ਕੋਈ ਜਵਾਬ ਨਹੀਂ ਦਿੱਤਾ। 60 ਦਿਨ ਦਾ ਸਮਾਂ ਸੀ, ਉਹ ਸਮਾਂ ਬੀਤ ਗਿਆ। 60 ਦਿਨ ਤੋਂ ਬਾਅਦ ਅਸੀਂ ਫਿਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ ਕੀਤਾ ਹੈ। ਔਰ ਮੈਂ ਇਹ ਗੱਲ ਦੱਸ ਦੇਵਾਂ ਕਿ ਭਾਈ ਇੰਦਰਪਾਲ ਸਿੰਘ ਜੀ ਬੈਠੇ ਨੇ, ਇੰਦਰਮੋਹਨ ਸਿੰਘ, ਇਹਦੇ ਦਰਮਿਆਨ ਕੋਰਟ ਕੇਸ ਕਰਨ ਤੋਂ ਪਹਿਲਾਂ ਅਸੀਂ ਅਕਾਲ ਤਖਤ ਦੇ ਜਥੇਦਾਰ ਜੋ ਮੌਜੂਦਾ ਉਹਨੂੰ ਵੀ ਮਿਲੇ ਕਿ ਤੁਸੀਂ ਆਦੇਸ਼ ਜਾਰੀ ਕੀਤਾ ਸੀ, ਸ਼੍ਰੋਮਣੀ ਕਮੇਟੀ ਨੇ ਆਦੇਸ਼ ਦੀ ਪਾਲਣਾ ਨਹੀਂ ਕੀਤੀ, ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਨਹੀਂ ਕਰਦੀ ਤਾਂ ਫਿਰ ਆਮ ਸਿੱਖ ਜਿਹੜਾ ਉਹ
ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਪਾਲਣਾ ਕਿਵੇਂ ਕਰੇਗਾ। ਪਰ ਭੱਜਦੇ ਭੱਜਦੇ ਨੇ ਸਾਡੀ ਗੱਲ ਤਾਂ ਸੁਣੀ, ਪਰ ਕਹਿਣ ਲੱਗਾ ਵੀ ਤੁਸੀਂ ਉੱਥੇ ਆਇਓ, ਦਮਦਮਾ ਸਾਹਿਬ ਬੈਠ ਕੇ ਖੁੱਲੀ ਗੱਲ ਕਰਾਂਗੇ। ਪਰ ਉਹ ਵਿਚਾਰਾ ਜਿੰਨਾ ਕੁ ਉਹਨੇ ਕੰਮ ਕੀਤਾ, ਵਿਚਾਰੇ ਦੇ ਸ਼ਬਦ ਤੁਸੀਂ ਸਮਝਦੇ ਹੋ, ਪਰ ਫਿਰ ਵੀ ਜਿੰਨਾ ਕੁ ਉਹਨੇ ਕੀਤਾ ਮੈਂ ਸਮਝਦਾ ਠੀਕ ਕੀਤਾ। ਉਹਨੇ ਆਦੇਸ਼ ਤਾਂ ਜਾਰੀ ਕਰਤਾ, ਪਰ ਅੱਜ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ। ਸੋ ਸਾਡੇ ਵੱਲੋਂ ਉਹ ਕੇਸ 6 ਫਰਵਰੀ ਨੂੰ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਫਾਈਲ ਕਰ ਦਿੱਤਾ ਹੈ। ਜੋ ਕੋਰਟ ਦੇ ਵਿੱਚ ਅਸੀਂ ਪਾਰਟੀ ਬਣਾਏ ਉਹ ਕੇਵਲ 4 ਧਿਰਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਲੌਂਗੋਵਾਲ ਤੋਂ ਸਕੱਤਰ ਰੂਪ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਸਕੱਤਰ 4 ਹੀ ਬਣਾਏ। ਕਿਉਂਕਿ ਜੇ ਕੋਰਟ ਦੇ ਵਿੱਚ ਜੇ ਮੈਂ ਸਾਰਿਆਂ ਨੂੰ ਪਾਰਟੀ ਬਣਾਉਣਾ ਹੈ ਤੇ ਮੇਰੇ ਕੋਲੋਂ ਸੰਮਣੀ ਤਮੀਲ ਨਹੀਂ ਹੋਣੇ। ਮੇਰੀ ਤਾਂ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਣੀ। ਪਤਾ ਤਾਂ ਵੈਸੇ ਵੀ ਨਹੀਂ, ਪਰ 78 ਸਾਲ ਦੀ ਉਮਰ ਹੈ ਤੇ ਮੈਂ ਕਿੰਨੇ ਕੁ ਸਾਲ ਇਹਨਾਂ ਨੂੰ ਸੰਮਣ ਤਮੀਲ ਕਰਾਉਂਦਾ। ਸੋ ਇਸ ਕਰਕੇ ਉਹ ਕੇਸ ਕਰਤਾ ਹੈ। ਉਹਦੀ ਹੁਣ ਅਗਲੀ ਤਰੀਕ 5 ਮਾਰਚ ਹੈ ਤੇ ਮੈਂ ਜਿੱਥੇ ਤੁਹਾਡੇ ਨਾਲ ਇਹ ਤੁਹਾਡਾ ਆਪਣਾ ਜੋ ਅੰਦਰ ਦਾ ਦੁੱਖ ਸਾਂਝਾ ਕਰਨ ਆਇਆ, ਉਹਦੇ ਨਾਲ ਇੱਕ ਅਪੀਲ ਵੀ ਕਰਨ ਆਇਆ ਕਿ 5 ਮਾਰਚ ਨੂੰ ਗਿੱਲ ਸਾਹਿਬ ਮੈਨੂੰ ਪੁੱਛ ਰਹੇ ਸਨ ਕਿ ਦੱਸ ਤੂੰ ਇੰਨੀ ਮਿਹਨਤ ਕੀਤੀ ਹੈ ਤੇ ਪ੍ਰਾਪਤੀ ਕੀ ਹੈ, ਅੱਗੇ ਕੀ ਹੋਣਾ ਚਾਹੀਦਾ। ਅੱਗੇ ਕਰਨ ਵਾਸਤੇ ਤਾਂ ਤੁਸੀਂ ਮੇਰੀ ਬੇਨਤੀ ਹੈ ਕਿ ਸਾਰੇ ਰਲ ਕੇ ਕਰੋ। ਮੈਂ ਜੋ ਕਰ ਸਕਦਾ ਹਾਂ ਕੀਤਾ, ਅੱਗੇ ਵੀ ਜੋ ਹੋ ਰਿਹਾ ਕਰੀ ਜਾ ਰਿਹਾ, ਪਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ। ਕੋਰਟਾਂ ਕਚਹਿਰੀਆਂ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ। ਇਹ ਤਾਂ ਸਿਰਫ ਇੱਕ ਉਜਾਗਰ ਕਰਨ ਵਾਸਤੇ, ਲੋਕਾਂ ਤੱਕ ਗੱਲ ਪਹੁੰਚਾਉਣ ਵਾਸਤੇ ਇੱਕ ਜ਼ਰੀਆ। ਲੇਕਿਨ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਤੇ ਨਾ ਹੀ ਕੋਈ ਸਾਨੂੰ ਅੱਗੇ ਆਸ ਹੈ। ਇਹ ਨਹੀਂ ਰੱਖਣੀ ਚਾਹੀਦੀ। ਔਰ ਮੈਂ ਇਹ ਵੀ ਬੇਨਤੀ ਕਰ ਦਿਆਂ ਕਿ ਜਿੱਦਣ 6 ਫਰਵਰੀ ਤੋਂ ਪਹਿਲਾਂ ਮੈਂ ਕਰਨਾਲ ਇੱਕ ਲੜਕੀ ਦੇ ਵਿਆਹ 'ਚ ਉੱਥੇ 5-7 ਸੱਜਣਾਂ ਨਾਲ ਗੱਲ ਹੋਈ। ਉਹ ਸਾਰੇ ਆ ਕੇ ਘੇਰੇ ਬੈਠ ਗਏ ਤੇ ਕਹਿਣ ਲੱਗੇ ਵੀ ਹੁਣ ਕੀ ਹੋ ਰਿਹਾ। ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਕੇਸ ਕਰਨਾ ਹੈ ਤੇ ਤੁਸੀਂ ਆਇਓ। ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਤੇ ਉਹ 5 ਸਿੰਘ ਆਏ ਜਿੱਦਣ ਕੇਸ ਕੀਤਾ ਸੀ। ਸੋ ਇੱਥੋਂ ਵੀ ਕੁਝ ਸਨ। ਸੋ ਮੈਂ ਚਾਹੁੰਦਾ ਹੁਣ ਉਹਨਾਂ ਨੇ ਕੱਲ ਉੱਥੇ ਪ੍ਰੋਗਰਾਮ ਰੱਖਿਆ, ਮੈਨੂੰ ਬੁਲਾਇਆ। ਮੈਂ ਇੱਥੋਂ ਰਾਤ ਨੂੰ ਹੁਣ ਕਰਨਾਲ ਜਾ ਰਿਹਾ। 29 ਫਰਵਰੀ ਤੇ 1 ਮਾਰਚ ਦਾ 2 ਦਿਨ ਦਾ ਫਿਰ ਪ੍ਰੋਗਰਾਮ ਉੱਥੇ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਰੱਖਿਆ, ਫਿਰ ਜਾਣਾ। ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ 5 ਮਾਰਚ ਵਾਲੇ ਦਿਨ ਵੱਧ ਤੋਂ ਵੱਧ ਉੱਥੇ ਪਹੁੰਚੋ। ਖਾਸ ਕਰਕੇ ਵਿਸਾਖਾ ਸਿੰਘ ਹੋਰਾਂ ਨੂੰ ਬੇਨਤੀ ਆ ਕਿ ਨੌਜਵਾਨ ਜੇ ਤੇ ਇਹ ਤਗੜੇ ਹੋ ਕੇ ਉਪਰਾਲਾ ਕਰੋ, ਕਿਉਂਕਿ ਹੁਣ ਗੱਲੀ ਬਾਤੀ ਗੱਲ ਨਹੀਂ ਬਣਨੀ ਜਿੰਨਾ ਚਿਰ ਤੁਸੀਂ ਲੋਕ ਲਹਿਰ ਨਹੀਂ ਪੈਦਾ ਕਰਦੇ, ਇਕੱਠ ਨਹੀਂ ਵਿਖਾਉਂਦੇ। ਜੇਕਰ ਪ੍ਰਕਾਸ਼ ਸਿੰਘ ਬਾਦਲ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅੰਦਰ ਜਾਂਦਾ ਹੈ ਤੇ ਲੋਕ ਅਦਾਲਤਾਂ ਦੇ ਬਾਹਰ ਲੱਖਾਂ ਦੇ ਇਕੱਠ ਕਰਦੇ ਨੇ ਤੇ ਸਾਡੇ ਗੁਰੂ ਦੇ ਉੱਤੇ ਐਡਾ ਵੱਡਾ ਹਮਲਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਰੱਦ ਕਰਕੇ ਇਹ ਲੋਕ ਆਪਣੇ ਆਪ ਨੂੰ ਗੁਰੂ ਪ੍ਰਮੋਟ ਕਰਨ, ਉਹਨਾਂ ਦੇ ਖਿਲਾਫ ਹੋਵੇ ਕੇਸ ਤੇ ਉੱਥੇ ਇਕੱਲਾ ਹੀ ਸਰਸਾ ਜਾਵੇ ਤਾਂ ਗੱਲ ਪੜਦੇ। ਇਹ ਮੇਰੀ ਬੇਨਤੀ ਹੈ। ਇਹ ਸਵਾਗਤੀ ਇੱਥੇ ਹੁਣ ਅਗਲੀ ਗੱਲ ਆ ਜਿਹੜੀ ਸਿੱਖ ਇਤਿਹਾਸ ਕਿਤਾਬ ਹੈ, ਸਿੱਖ ਇਤਿਹਾਸ ਕਿਤਾਬ ਹੈ, ਇਹਦਾ ਨਾਮ ਸਿੱਖ ਇਤਿਹਾਸ ਹੈ, ਹਿੰਦੀ ਭਾਸ਼ਾ 'ਚ ਹੈ ਔਰ 722 ਪੰਨੇ ਨੇ। ਰਾਈਟਰ ਕੋਈ ਨਹੀਂ, ਪਬਲਿਸ਼ ਸ਼੍ਰੋਮਣੀ ਕਮੇਟੀ ਕਰਦੀ ਆ, ਮਤਾ ਪਾ ਕੇ ਕਰਦੀ ਆ, ਬਿੱਲ ਜਿਹੜਾ ਉਹ ਗੁਰਖ 'ਚੋਂ ਪੇ ਹੁੰਦਾ ਹੈ। ਔਰ 7 ਸਾਲ ਮੈਂ ਇਹਦਾ ਕੇਸ ਲੜਿਆ। ਅਖੀਰ ਨੂੰ ਗੁਰਦੁਆਰਾ ਜੁਡੀਸ਼ੀਅਲ ਕੋਰਟ ਨੇ ਮੇਰਾ ਕੇਸ ਖਾਰਜ ਕੀਤਾ ਹੈ। ਇਹਦੀ ਅਪੀਲ ਮੈਂ ਜਿਹੜੀ ਆ ਹਾਈ ਕੋਰਟ ਪਾ ਚੁੱਕਾ ਹੈ। ਲੇਕਿਨ ਇਸ ਕਿਤਾਬ 'ਚ ਲਿਖਿਆ ਕੀ ਹੈ, ਬਹੁਤ ਸ਼ਰਮ ਆਉਂਦੀ ਗੱਲ ਕਰਦੇ ਆ। नानक का गुरु एक मुसलमान था, नानक मुगलों को भारत में लाया, नानक ने हिंदू धर्म ही अपनाया था, नानक मर गया,
अंगद आ गया। अर्जुन ने आत्महत्या करी थी। अर्जुन के मरने के बाद हरगोविंद का दिमागी संतुलन खो गया था। हरगोविंद बहुत डरपोक आदमी था। सोते समय मौत के भय से 60 बंदूकधारी पहरे पर खड़े रखता था। और जो गुरु हर राय पातशाह बारे लिखा है वो सारी हदा बने टप गए। लिखा आगे गुरु हर राय पातशाह बारे के हर राय के 2 पुत्र थे। बड़े का नाम राम राय, छोटे का नाम हरकृष्ण था। लेकिन बड़े बेटे को गद्दी नहीं दी गई। मेरिया भैन बैठिया ने, मेरी जी गल है रिकॉर्डिंग हो रही है, दूर तक सारे ने सुननी है। शर्म आती गल करते हैं पर लिखा की है, जे दस्या ना जाऊ तो पता किवें लगू। लिखा कि हर राय के 2 पुत्र थे। बड़े का नाम राम राय था, छोटे का नाम हरकृष्ण था। लेकिन बड़े बेटे को गद्दी नहीं दी गई क्योंकि वो नौकरानी के पेटों था। साडे गुरुओं का जीवन इहो जिहा सी। अगे गुरु तेग बहादुर पातशाह बारे लिखा है कि तेग बहादुर हांसी के पास जंगलों में लुक छुप के रहता था। चोरों डकैतों सरकार के बागियों को पनाह देता था। जब सरकार को पता चला पकड़ के ले गए और कत्ल कर दिया। गोविंद ने पुत्रों के वियोग में आत्महत्या करी थी। ऐस किताब च लिखा, ऐस किताब च। हुण तुसीं ये देखो कि ये किताब पब्लिश कौन कर रहा है? श्रोमणी कमेटी कर रही है। ये जी श्रोमणी गुरुद्वारा प्रबंधक कमेटी कर रही है। यह लोगो है श्रोमणी गुरुद्वारा प्रबंधक कमेटी का। यह तुसीं ਇਹ 1999 ਵਿੱਚ ਖਾਲਸੇ ਦੇ, ਇਹ ਮੈਂ ਥੋੜੀ ਜਿਹੀ ਡਿਟੇਲ ਦੱਸ ਦਿਆਂ। ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਕਿਤਾਬ ਛਪਾਈ ਗਈ ਹੈ। ਔਰ ਇਸ ਕਿਤਾਬ ਦੇ ਵਿੱਚ ਜੇ ਮੈਂ ਜ਼ਿਆਦਾ ਡਿਟੇਲ 'ਚ ਬੋਲਿਆ ਤੇ ਸਮਾਂ ਲੱਗੇਗਾ। ਇਹ ਤੁਸੀਂ ਮੇਰੀ ਵੀਡੀਓ 16 ਮਾਰਚ 2013 ਨੂੰ ਡੇਡ ਨਾਈਟ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਚੱਲਿਆ। ਉੱਥੇ ਤੁਸੀਂ ਵੇਖ ਸਕਦੇ ਹੋ ਵੀ ਇਹ ਖਾੜਾ ਕਿੱਥੋਂ ਤਿਆਰ ਹੋਇਆ, ਸ਼੍ਰੋਮਣੀ ਕਮੇਟੀ ਕੋਲ ਕਿਵੇਂ ਆਇਆ। ਆ ਸਿੱਖ ਕੌਮ ਦਾ ਜਿਹੜਾ ਆਪਣੇ ਆਪ ਨੂੰ ਆ ਜਿਹਨੂੰ ਫਖਰੇ ਕੌਮ ਪੰਥ ਰਤਨ ਦੇ ਅਵਾਰਡ ਦਿੱਤੇ, ਉਹਦੇ ਝੋਲੀ ਚੁੱਕ ਜਥੇਦਾਰ ਨੇ ਇਹ ਉਹਦਾ ਸਭ ਕੁਝ ਲਿਖਿਆ। ਜੋ ਮੈਂ ਵੀਡੀਓ 'ਚ ਬੋਲਿਆ 16 ਮਾਰਚ 2013 ਤੋਂ ਲੈ ਕੇ ਅੱਜ ਤੱਕ ਮੇਰੀ ਉਸ ਗੱਲ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਸੋ ਡਿਟੇਲ ਉਹ 'ਚ ਪੜ੍ਹ ਲਿਓ ਕਿਉਂਕਿ ਪੁਆਇੰਟ ਹੋਰ ਵੀ ਨੇ ਕੁਝ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ। ਇਹ ਕਿਤਾਬਾਂ ਦੀ ਮੇਰੇ ਕੋਲ ਇੱਕ ਹੀ ਹੈ। ਇਹਦੀ ਤੁਸੀਂ ਫੋਟੋ ਕਾਪੀ ਕਰਾ ਕੇ ਲੈ ਸਕਦੇ ਹੋ। लेकिन ये किताबां 300 छपाइया सी श्रोमणी कमेटी ने। तो मैं RTI च पूछा सी उन्होंने कोलों कि तुसी पब्लिश किनियां कराइया। तो तुहाडे कोल जदों मैं केस किया फिर एक इन्होंने इश्तिहार दिता तो इन्होंने कहा जी असी हुण एक किताब जिहदे कोल भी है वो सानू किताब वापस दे देवे। तो उस तो बाद मैं पूछा सी कि तुहाडे कोल हुण किनियां ने पब्लिश किनियां कराइया, वापस किनियां आईयां, वेचियां किनियां, किस रेट तो सारा कुछ पूछा सी। ਉਹਦੇ जवाब 'ਚ उन्होंने ये दस्सिया सी कि 300 किताबां पब्लिश कराइया ने ते साडे कोल 5 ने, उन्होंने कोल 5 ही ने, बाकी सब बाहर ने। जो तुसीं वो वीडियो सुनोगे ना उस वीडियो दे विच तुहानूं बहुत कुछ जिहड़ा मिलेगा। सो मैं उस किताब ते ज़्यादा ना जाता, मैं तुहाडे नाल होर भी कुछ पॉइंट क्योंकि लंबे समय तो ਇਹ ਵੰਡਣ ਦਾ ਫਾਇਦਾ ਨਹੀਂ ਜੀ। ਤੁਸੀਂ ਵਿਦਵਾਨ ਸੱਜਣ ਹੋ। ਇਹ ਤਾਂ ਅਸੀਂ ਸਾਰਨੀਆਂ ਨੇ, ਸਾਰਨੀਆਂ ਦੇ ਪਰ ਪਤਾ ਲੱਗੇ ਸੰਗਤ ਨੂੰ। ਉਹ ਸੰਗਤ ਜਿਹੜੀ ਮੈਂ ਬੇਨਤੀ ਕੀਤੀ ਹੈ ਤੁਸੀਂ ਠੀਕ ਕਹਿ ਰਹੇ ਹੋ। ਉਹ ਤੁਸੀਂ ਵੀਡੀਓ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਸਾਰੀਆਂ ਤੁਸੀਂ ਆਪਾਂ ਇਹ ਕਿਸੇ ਦਿਨ ਕੋਈ ਵੱਡਾ ਫੰਕਸ਼ਨ ਹੋਵੇ ਉਹ 'ਚ ਮੈਂ ਟਾਈਮ TV ਚੈਨਲ ਦੇ ਉੱਤੇ ਇਹ ਵਿਖਾ ਵੀ ਚੁੱਕਾ ਤੇ ਆਪਾਂ ਕੋਈ ਸਮਾਗਮ ਰੱਖੀਏ
टाइम टीवी मतलब कि चैनल ने ਜਿਹੜੇ ਉੱਤੇ ਬੁਲਾਏ ਜਾਣ, ਉਹਨਾਂ ਚੈਨਲਾਂ ਦੇ ਰਾਹੀਂ ਸੰਸਾਰ ਭਰ ਦੇ ਵਸਦੇ ਕੰਮਾਂ ਨੂੰ ਆਪਾਂ ਕਿੰਨੇ ਕੁ ਲੋਕਾਂ ਨੂੰ ਕਿਤਾਬਾਂ ਪੜ੍ਹਾਵਾਂਗੇ? ਸਾਰੇ ਲੋਕ ਨਹੀਂ ਪੜ੍ਹਦੇ, ਸਾਰੇ ਹਿੰਦੀ ਨਹੀਂ ਪੜ੍ਹੇ, ਸਾਰਿਆਂ ਕੋਲ ਇੰਨਾ ਟਾਈਮ ਨਹੀਂ। 722 ਪੰਨਿਆਂ ਦੀ ਕਿਤਾਬ ਹੈ, ਸੋ ਸਾਰੀ ਪੜ੍ਹੀ ਨਹੀਂ ਜਾ ਸਕਦੀ। ਪਰ ਅਸੀਂ ਤਾਂ ਜੋ ਸਾਡੇ ਤੇ ਹਮਲੇ ਹੋਏ ਨੇ, ਜੋ ਸਾਨੂੰ ਨੁਕਸਾਨਦੇਹ ਹੈ, ਉਹ ਅਸੀਂ ਲੋਕਾਂ 'ਚ ਗੱਲ ਚੈਨਲਾਂ ਦੇ ਰਾਹੀਂ, ਮੀਡੀਆ ਦਾ ਯੁੱਗ ਹੈ, ਮੀਡੀਆ ਰਾਹੀਂ ਕਰੋ। ਇਹ ਮੇਰੀ ਬੇਨਤੀ ਹੈ। ਬਾਕੀ ਤੁਸੀਂ ਮੇਰੇ ਨੂੰ ਵਿਦਵਾਨ ਹੋ, ਸਿਆਣੇ ਹੋ, ਤਜਰਬੇਕਾਰ ਹੋ, ਫਿਰ ਵੀ ਕੋਈ ਗੁਰਮਤਾ ਕਰੋ, ਉਸ ਗੁਰਮਤੇ ਦੇ ਮੁਤਾਬਕ ਇਹਨੂੰ ਅੱਗੇ ਕਰੋ ਕੀ ਕਰਨਾ। ਸੋ ਮੈਂ ਤੁਹਾਡੇ ਨਾਲ ਆ ਇੱਕ ਗੁਰਮਤ ਪ੍ਰਕਾਸ਼ ਮੈਗਜ਼ੀਨ, ਇਹ ਸ਼੍ਰੋਮਣੀ ਕਮੇਟੀ ਦੀਆਂ ਜੋ ਮੌਜੂਦਾ ਪ੍ਰਬੰਧ ਹੈ ਦੀ, ਜਿਨ੍ਹਾਂ ਦੇ ਪ੍ਰਬੰਧਕ ਨੇ ਜਿਹੜੇ, ਉਹਨਾਂ ਦੀਆਂ ਕਰਤੂਤਾਂ ਕਿੰਨੀਆਂ ਕੁ ਵਿਖਾਵਾਂ ਤੁਹਾਨੂੰ ਹੈ, ਕਿੰਨੀਆਂ ਕੁ ਸ਼ੇਅਰ ਕਰਾਂ। ਇਹ ਗੁਰਮਤ ਪ੍ਰਕਾਸ਼ ਮੈਗਜ਼ੀਨ ਹਰ ਮਹੀਨੇ ਪਬਲਿਸ਼ ਹੁੰਦਾ ਹੈ। ਤੁਸੀਂ ਵੇਖ ਰਹੇ ਹੋ ਕਿ ਚਾਰੋਂ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਨੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਿੱਖ ਫੋਟੋ ਦਾ ਪੁਜਾਰੀ ਨਹੀਂ, ਪਰ ਜੋ ਪ੍ਰਚਲਿਤ ਫੋਟੋਆਂ ਨੇ ਉਹਨਾਂ ਨੂੰ ਅਸੀਂ ਵਿਗਾੜ ਕੇ ਵੀ ਇਹਨਾਂ ਨੂੰ ਇਸ ਤਰ੍ਹਾਂ ਪਬਲਿਸ਼ ਨਹੀਂ ਕਰ ਸਕਦੇ। ਇਹ ਟਾਈਟਲ ਪੇਜ ਦੇ ਉੱਤੇ ਫੋਟੋਆਂ ਨੇ, ਚਾਰੋਂ ਸਾਹਿਬਜ਼ਾਦਿਆਂ ਦੀ ਕੇਸਾਂ ਦੀ ਕਟਿੰਗ ਹੈ ਔਰ ਸਿਰਾਂ ਤੇ ਟੋਪੀਆਂ। ਇਹ 2013 ਦਾ। ਔਰ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹ ਵੀ ਤੁਸੀਂ ਮੇਰੀਆਂ ਵੀਡੀਓ ਵੇਖ ਸਕਦੇ ਹੋ। ਉਹ 'ਚੋਂ 2 ਪੁਆਇੰਟ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸਮਝਦਾ। ਗੁਰਬਿਲਾਸ ਪਾਤਸ਼ਾਹੀ 6ਵੀਂ ਰਾਈਟਰ ਉਹਦਾ ਵੀ ਕੋਈ ਨਹੀਂ। ਉਹਦੀ ਸੰਪਾਦਨਾ ਕੌਣ ਕਰਦਾ ਹੈ? ਸਿੱਖ ਕੌਮ ਦੇ ਉਹ ਲੋਕ ਜਿਨ੍ਹਾਂ ਨੂੰ ਸਿੱਖ ਕੌਮ ਆਪਣੇ ਰਹਿਬਰ ਮੰਨਦੀ ਹੈ। ਉਹਨਾਂ ਵੱਲੋਂ ਇੱਕ ਇੱਕ ਸ਼ਬਦ ਕਿਹਾ, ਲੋਕ ਹੁਕਮ ਮੰਨਦੇ ਨੇ ਵੀ ਇਹ ਇਲਾਹੀ ਹੁਕਮ ਹੈ। ਉਹ ਆ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਮੈਂ ਇਹਨਾਂ ਨੂੰ ਸਿੰਘ ਨਹੀਂ ਕਹਿ ਨੂੰ ਕਹਾਂਗਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਪ੍ਰੋਫੈਸਰ ਅਮਰਜੀਤ ਸਿੰਘ, ਉਹਦੀ ਸੰਪਾਦਨਾ ਉਹ ਕਰਦੇ ਆ। ਲਿਖਿਆ ਕੀ ਹੈ? 2 ਪੁਆਇੰਟ ਸਾਂਝੇ ਕਰਾਂਗਾ। ਉਸ ਵਕਤ ਦੀ ਗੱਲ ਹੈ ਜਿਸ ਵਕਤ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਦੂਸਰੀ ਵਾਰ ਪੁੱਤਰ ਪ੍ਰਾਪਤੀ ਦੇ ਵਰ ਵਾਸਤੇ ਜਾਂਦੇ ਨੇ। ਪਹਿਲੀ ਵਾਰ ਉਹ ਗਏ ਤੇ ਵਾਪਸ ਆ ਗਏ। ਜਦੋਂ ਮਿੱਸੇ ਪ੍ਰਸ਼ਾਦੇ ਲੈ ਕੇ ਜਾਂਦੇ ਆ, ਉਸ ਵਕਤ ਦੀ ਗੱਲ ਲਿਖੀ ਹੈ ਕਿ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਤੇ ਬਾਬਾ ਜੀ ਨੇ ਜਦੋਂ ਉਹਨਾਂ ਨੂੰ ਵਰ ਦਿੱਤਾ, ਬੜੀ ਸ਼ਰਮਸ਼ਾਰ ਗੱਲ ਹੈ ਕਿ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਿ ਮਾਤਾ ਜੀ ਦਾ ਪੇਟ ਉਸੇ ਟਾਈਮ ਤੇ ਗਰਭਵਤੀ ਔਰਤ ਵਰਗਾ ਹੋ। ਕੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ? ਕੀ ਇਹ ਗੱਲ ਹੋ ਸਕਦੀ ਹੈ? ਇਹ ਹਿੰਦੂ ਮਿਥਿਹਾਸ ਦੇ ਨਾਲ ਨਹੀਂ ਜੋੜਿਆ ਗਿਆ। ਕੀ ਕਰੋਗੇ? ਦੂਸਰਾ ਪੁਆਇੰਟ, ਉਸ ਵਕਤ ਦੀ ਗੱਲ ਹੈ ਜਿਸ ਵਕਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਲਾਹੌਰ ਕਾਜੀ ਦੇ ਘਰ ਦੇ ਕੋਲ ਦਰਬਾਰ ਲੱਗਾ ਹੋਇਆ ਔਰ ਕਾਜੀ ਦੀ ਪੁੱਤਰੀ ਕੌਲਾਂ ਬਾਰੀ ਖੋਲ ਕੇ ਤੇ ਉਹ ਬਾਰੀ 'ਚ ਬੈਠੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਉਸ ਕਿਤਾਬ 'ਚ ਲਿਖੇ ਦੇ ਮੁਤਾਬਕ ਤੁਹਾਡੇ ਨਾਲ ਸਾਂਝਾ ਕਰ ਰਹੇ। ਕੌਲਾਂ ਨੂੰ ਸੰਬੋਧਨ ਹੋ ਕੇ ਕਹਿੰਦੇ ਆ, ਕੌਲਾਂ ਤੂੰ ਆਪਣੀ ਬਾਰੀ ਬੰਦ ਕਰ ਲਾ, ਕਿਉਂਕਿ ਤੇਰੀ ਸੂਰਤ ਵੱਲ ਵੇਖ ਕੇ ਇਹ ਜੋ ਸਿੱਖ ਇੱਥੇ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੈ, ਇਹਦੇ ਇਹਨਾਂ ਦਾ ਮਨ ਨਹੀਂ ਜੁੜ ਰਿਹਾ। ਮੇਰਾ ਸਵਾਲ ਹੈ ਖਾਲਸਾ ਜੀ ਤੁਹਾਡੇ, ਗੁਰੂ ਸਾਹਿਬ ਬੈਠੇ ਹੋਣ, ਉਸ ਵਕਤ ਦੇ ਸਿੱਖ ਜਿਨ੍ਹਾਂ ਦੇ ਤੀਜੀ ਚੌਥੀ ਪੀੜ੍ਹੀ ਨੇ 30 ਹਜ਼ਾਰ ਦੀਆਂ ਟੱਕਾਂ ਛੁਡਵਾ ਕੇ ਬਾਇਜ਼ਤ ਘਰੋਂ ਘਰੀ ਪਹੁੰਚਾਈਆਂ, ਉਹ ਗੁਰੂ ਕੌਲਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਕਿ ਕੌਲਾਂ ਬਾਰੀ ਬੰਦ ਕਰ ਲਾ, ਤੇਰੀ ਸੂਰਤ ਵੱਲ ਵੇਖ ਕੇ ਸਿੱਖਾਂ ਦਾ ਮਨ ਨਹੀਂ ਲੱਗ ਰਿਹਾ।
फिर वो गुरु की सी तो सिख की सन? की ये हो सकता है? ये उस गुरबिलास च लिखिया है। वो भी श्रोमणी कमेटी पब्लिश कर दी है, वो भी 1998 शताब्दी ਨੂੰ ਸਮਰਪਿਤ। ਅੱਗੇ ਖਾਲਸਾ ਜੀ ਆ ਇੱਕ ਕਿਤਾਬ ਹਿਸਟਰੀ ਆਫ ਦਾ ਪੰਜਾਬ, ਜੋ +2 ਦੇ ਬੱਚਿਆਂ ਨੂੰ 2008 ਤੋਂ ਲੈ ਕੇ ਤੇ 18 ਤੱਕ ਪੜ੍ਹਾਈ ਗਈ ਆਉਣੀ ਤੱਕ। पत्र नंबर 24 मिति 17/1/2008 पंजाब स्कूल सिक्ख्या बोर्ड वालों रिकमेंड की हुई है। और इस किताब दे विच जो हिस्ट्री ऑफ पंजाब है, सिख धर्म बारे, सिख धर्म नूं मुंडों ही रद्द किया। लिखिया है कि श्री गुरु नानक देव जी ने कोई नवी संस्था नहीं चलाई, उन्होंने हिंदू रीति रिवाजों का विरोध नहीं किया, उन्होंने कुछ नहीं किया, सिर्फ उस जो विगाड़ आए सी सुधार करने की कोशिश की। इस किताब च भी लिखा है कि श्री गुरु एक तो पंचम पातशाह की जी शहादत है वो क्वेश्चन मार्क है। गुरु तेग बहादुर पातशाह बारे लिखा है कि श्री गुरु तेग बहादुर पातशाह को गिरफ्तार करके ग्वालियर के किले च बंद किया गया। उस तो बाद उन्होंने शरीर के 4 टुकड़े करके ते ग्वालियर के किले के 4 दरवाजों नाल टंगे गए। गिल साहब कभी पढ़िया जी अज तक? डॉक्टर साहब तुसी विद्वान जी किताबां लिखते हो, राइटर जी सारे विद्वान बैठे हैं, कभी सुनिया अज तक? तो गुरु तेग बहादुर पातशाह को गिरफ्तार करके ग्वालियर के किले बंद किया, तो उन्होंने शरीर के 4 टुकड़े करके ग्वालियर के किले बंद किए, टंगे गए। इस तरह की साजिश क्यों? एक किन्ने की? एक किताब किधरों पब्लिश हुई? बाबा बंदा सिंह बहादुर नूं औरतां दीआं इज्जतां लुट्टण वाला ते खून चूसण वाला एक राक्षस दस्सिया। ये साडे बच्चों को +2 दी किताबां च पढ़ाया। मैं ये बेनती करनी चाहना कि जिन्ने भी सज्जन जदों आ बुत्तां दा मसला चलिया तो समुची सिख कौम के मनां दे विच बड़ा रोस पैदा होया, होना भी चाहिए। पर अफसोस कि जदों बुत अजे तैयार नहीं सी होए, मैं उस टाइम के उत्ते बुत्तां दे कोल खलो के फोटो लवाइया, स्टोरियां लवाइया कि आ जिहड़े बुत ने ये साडे जो साडा सिख इतिहास, साडा कल्चर, साडा विरसा ये उहदे उल्ट ने। और ये दरबार साहब नूं रस्ता जा रहा है। इस दरबार साहब के रस्ते से इस तरह के बुत लगने ये साडे ते एक हमला है। पर अफसोस कि उदों कोई नहीं बोलिया, पर फिर भी सियाणे कहंदे आ देर आए दुरुस्त आए। चलो होनी उठे, कुछ सज्जन उत्थे बैठे रहे धरना ला के, चंगा किया। मैं सलूट करदा उन्हां लोकां नूं जिहड़े उत्थे बैठे रहे। पर नाल एक सवाल भी करदा कि आ जिहड़ा इन्ना कुछ होया है, ਇਹ किताबां लिखियां गईयां गुरबाणी के गुटके अज भी पब्लिश हो रहे हैं, जिन्होंने श्री गुरु ग्रंथ साहब की गुरियाई को रद्द कर दिता, देहधारियों को डमी गुरुओं को प्रमोट कर रहे हैं। उन्होंने खिलाफ अज तक सिख विद्वान चुप क्यों नहीं बोल रहे? इस सवाल का जवाब समुची सिख कौम तो बहुत निम्रता सहित लेना चाहना, क्योंकि आज तक मेरे ते बहुत सवाल होंगे ने, प्रेस वाले पूछते ने सरसा जी
ਤੁਸੀਂ ਇੰਨੇ ਮੁੱਦੇ ਚੁੱਕਦੇ ਹੋ, ਤੁਹਾਡੇ ਨਾਲ ਲੋਕ ਕਿਉਂ ਨਹੀਂ? ਤੇ ਮੈਂ ਕਿਹਾ ਵੀ ਇਹ ਤਾਂ ਹੁਣ ਉਹਨਾਂ ਤੋਂ ਪੁੱਛ, ਮੈਨੂੰ ਕਿਉਂ ਪੁੱਛਦਾ ਹੀ ਆ, ਮੈਂ ਤਾਂ ਜਿੰਨੇ ਜੋਗਾ ਹਾਂ ਕਰ ਰਿਹਾ। ਖਾਲਸਾ ਜੀ, ਕੱਲ ਨਸ਼ਿਆਂ ਦੀ ਗੱਲ ਚੱਲ ਰਹੀ ਸੀ ਤੇ ਨਸ਼ਿਆਂ ਬਾਰੇ ਥੋੜੀ ਜਿਹੀ ਗੱਲ ਦੱਸਾਂਗਾ। ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਬਰਬਾਦ ਹੋਈ। ਇਹਦੇ ਸੰਬੰਧ ਵਿੱਚ 2008 'ਚ ਮੈਂ ਹਾਈ ਕੋਰਟ 'ਚ ਕੰਪਟੀਸ਼ਨ ਪਾਈ। ਮੈਨੂੰ ਕਾਲ ਹੋਈ, ਮੇਰੇ ਵਕੀਲ ਸਾਹਿਬ ਕਹਿਣ ਲੱਗੇ, ਪੂਰਨ ਸਿੰਘ ਜੀ ਹੁੰਦਲ, ਕਿ ਸਰਸਾ ਜੀ ਤੁਹਾਨੂੰ ਆਪ ਨੂੰ ਪੇਸ਼ ਹੋਣਾ ਪੈਣਾ। ਮੈਂ ਕਿਹਾ ਠੀਕ ਹੈ। ਮੈਂ ਗਿਆ, ਚੀਫ ਜਸਟਿਸ ਸਨ TS ਠਾਕੁਰ 2008 'ਚ ਮੈਨੂੰ ਪੁੱਛਦੇ ਆ ਕਿ ਤੁਸੀਂ ਇਹ ਪਟੀਸ਼ਨ ਕਿਉਂ ਪਾਈ ਹੈ? ਮੈਂ ਸਾਡੀ ਨੌਜਵਾਨੀ ਖਤਮ ਹੋ ਰਹੀ ਹੈ, ਨਸ਼ਈ ਹੋ ਰਹੀ ਹੈ, ਤਾਂ ਪਾਈ ਹੈ। ਕਹਿੰਦੇ ਪੁਲਿਸ ਨਹੀਂ ਕੁਝ ਕਰਦੀ। ਮੈਂ ਜੀ ਕਰਦੀ ਹੈ। ਪੁਲਿਸ ਕੀ ਕਰਦੀ ਹੈ ਦੱਸਣਾ ਚਾਹਾਂ। ਕਹਿੰਦੇ ਦੱਸੋ। ਮੈਂ ਜੀ ਪੁਲਿਸ ਇਹ ਕਰਦੀ ਹੈ ਕਿ ਨਸ਼ਾ ਵਿਰੋਧੀ ਮਾਰਚ ਸੀ ਮੇਰਾ ਤਰਨਤਾਰਨ ਸ਼ਹਿਰ 'ਚ 18 ਮਾਰਚ 2008 ਤੇ ਅੰਮ੍ਰਿਤਸਰ ਦਿਹਾਤੀ ਦੀ ਅਜਨਾਲਾ ਪੁਲਿਸ ਸਵੇਰੇ 6 ਵਜੇ ਘਰੋਂ ਚੁੱਕ ਕੇ ਤੇ ਮੈਨੂੰ ਜੇਲ੍ਹ 'ਚ ਬੰਦ ਕਰ ਦਿੰਦੀ ਹੈ। ਸਤਕੁੰਜਾਂ ਦਾ ਕਲੰਦਰਾ ਤੇ ਅਖਬਾਰਾਂ ਦੀਆਂ ਖਬਰਾਂ ਸਾਰੀਆਂ ਜਨਾਬ ਦੀ ਟੇਬਲ ਤੇ ਪਈਆਂ। ਫਿਰ ਕਹਿੰਦਾ ਕਿ ਸਰਕਾਰ ਤਾਂ ਕੁਝ ਕਰਦੀ ਹੋ। ਮੈਂ ਕਿਹਾ ਜੀ ਕਰਦੀ ਹੈ। ਸਰਕਾਰ ਕੀ ਕਰਦੀ ਹੈ ਦੱਸਣਾ ਚਾਹੁੰਦਾ। ਕਹਿੰਦੇ ਦੱਸੋ। ਮੈਂ ਸਰਕਾਰ ਇਹ ਕਰਦੀ ਹੈ ਕਿ ਹਰਮੀਤ ਸਿੰਘ MLA, ਇਹ ਮੇਰੀ ਰਿਕਾਰਡਿੰਗ ਹੋ ਰਹੀ ਹੈ ਤੇ ਮੈਂ ਇਸ ਮੀਡੀਆ ਦੇ ਰਾਹੀਂ, ਜਿਹੜਾ ਤੁਹਾਡੇ ਸੋਸ਼ਲ ਮੀਡੀਆ ਤੇ ਵੀ ਚੱਲਣੀ ਹੈ, ਮੈਂ ਅੱਜ ਦੀ ਸਰਕਾਰ ਨੂੰ ਤੇ ਜਿਹੜੀ ਇਨਕੁਆਇਰੀ ਕਰ ਰਹੀ ਆ ਅੰਮ੍ਰਿਤਸਰ ਚੋਂ ਹਜ਼ਾਰਾਂ ਕਰੋੜਾਂ ਦਾ ਜਿਹੜਾ ਮਾਲ ਫੜਿਆ ਗਿਆ, ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਬਲਾਓ ਸਰਸਾ ਤੁਹਾਨੂੰ ਬਿਆਨ ਦੇਣੇ ਚਾਹੁੰਦਾ। ਹਰਮੀਤ ਸਿੰਘ MLA ਦੇ ਖਿਲਾਫ ਮੈਂ ਉੱਥੇ ਕਿਹਾ, ਮੈਂ ਕਿਹਾ ਜੀ ਹਰਮੀਤ ਸਿੰਘ MLA ਕੋਲੋਂ 2 ਵਾਰ ਸਫਾਈ ਫੜੀ ਗਈ ਆ, ਪਰਚਾ 1 ਵਾਰ ਨਹੀਂ। ਤਾਂ ਮੈਂ ਜ਼ਬਾਨੀ ਨਹੀਂ ਕਹਿੰਦਾ, ਮੇਰੇ ਵੱਲੋਂ ਲਿਖਿਆ ਹਲਫੀਆ ਬਿਆਨ ਜਨਾਬ ਦੀ ਟੇਬਲ ਤੇ ਪਿਆ। ਔਰ ਪਰਸ਼ੋਤਮ ਲਾਲ ਸੋਂਧੀ ਫੜਿਆ ਗਿਆ ਸੀ ਮੀਰਾਕੋਟ ਚੌਂਕ 'ਚ, ਉਹਦੀਆਂ ਤਾਰਾਂ ਸੁਖਬੀਰ ਬਾਦਲ, ਜਿਹਨੂੰ ਮੈਂ ਤਾਂ ਸੁੱਖਾ ਅਮਲੀ ਕਹਿੰਦਾ ਵੀ ਸੁੱਖੇ ਅਮਲੀ, ਤੇ ਚਰਨਜੀਤ ਅਟਵਾਲ ਡਿਪਟੀ ਲੋਕ ਸਭਾ ਸਪੀਕਰ ਨਾਲ ਜੁੜੀਆਂ। ਮੈਂ ਕਿਹਾ ਜੀ ਮੇਰੇ ਵੱਲੋਂ ਲਿਖਿਆ ਹਲਫੀਆ ਬਿਆਨ ਤੇ ਸਾਰੀਆਂ ਅਖਬਾਰਾਂ ਜਨਾਬ ਦੀ ਟੇਬਲ ਤੇ ਪਈਆਂ। ਮੈਨੂੰ ਕਹਿਣ ਲੱਗੇ ਫਿਰ ਤੈਨੂੰ ਪੁਲਿਸ ਹੱਥਾਂ ਦੇ ਦਈਏ ਤੇ ਤੂੰ ਪੂਰੇ ਪੰਜਾਬ 'ਚ ਨਸ਼ਾ ਵਿਰੋਧੀ ਮਾਰਚ ਕਰ ਲੈ। ਮੈਂ ਕਰਨਾ, ਮੈਂ ਪੁਲਿਸ ਹੱਥਾਂ ਲੈਣ ਵਾਸਤੇ ਨਹੀਂ ਹੈ। ਮੈਂ ਤੁਹਾਡੇ ਕੋਲ ਮੈਂ ਆਪਣੀ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਜਿਨ੍ਹਾਂ ਬੰਦਿਆਂ ਕੋਲੋਂ 100 ਕਰੋੜ ਤੋਂ ਲੈ ਕੇ 300 ਕਰੋੜ ਦਾ ਮਾਲ ਫੜਿਆ ਜਾਵੇ, ਇਹ ਕੋਰੀਅਰ ਕਿਸਮ ਦੇ ਨੇ, ਅਸਲ ਸਪਲਾਇਰ ਇਹਨਾਂ ਦੇ ਪਿੱਛੇ ਬੈਠੇ ਨੇ। ਜਿੰਨਾ ਚਿਰ ਤੁਸੀਂ ਉਹਨਾਂ ਨੂੰ ਕਾਬੂ ਨਹੀਂ ਕਰੋਗੇ ਉਹਨਾਂ ਚਿਰ ਇਹਨਾਂ ਤੇ ਰੋਕ ਨਹੀਂ ਰਹੇ। ਕਹਿਣ ਲੱਗੇ ਕਿ ਜਿੰਨੇ ਕੇਸ ਰੋਜ਼ ਫੜੇ ਜਾ ਰਿਹਾ ਸੀ ਸਾਰਿਆਂ ਦੀ CBI ਤੋਂ ਜਾਂਚ ਨਹੀਂ ਕਰਾ ਸਕਦੀ, ਪਰਟੀਕੂਲਰ ਕੇਸ ਲਿਆਓ ਜਾਂਚ ਕਰਾ ਦਿਓ। ਮੈਂ ਸਭ ਪਰਟੀਕੂਲਰ ਹੈ ਉਹਦੀ ਕਰਾ ਦਿਓ। ਕਹਿੰਦੇ ਕੀ? ਮੈਂ ਕਿਹਾ ਜੀ ਮੈਂ ਦੱਸਣਾ ਚਾਹਾਂਗਾ। ਮੈਂ ਜੀ ਇੱਕ PK ਰਾਏ, ਮੈਂ ਨਾਂ ਲੈ ਰਹੇ, PK ਰਾਏ SSP ਤਰਨਤਾਰਨ, ਉਹ ਡਿਊਟੀ ਤੋਂ 1 ਮਹੀਨਾ ਵਿਹਲਾ ਰਿਹਾ। ਉਹਦੀ ਪੜਤਾਲ ਕਰਾ ਦਿਓ ਵੀ ਉਹ ਡਿਊਟੀ ਤੋਂ ਵਿਹਲਾ ਕਿਉਂ ਰਿਹਾ। ਇਹ ਸਾਰੀ ਕਹਾਣੀ ਮੈਂ ਤੁਹਾਨੂੰ ਫਿਰ ਕਿਤੇ ਦੱਸਾਂਗਾ ਵੀ ਉਹ ਕਿਉਂ ਵਿਹਲਾ ਰਿਹਾ। ਸੋ ਇਹ ਨਸ਼ੇ ਕਿੰਨੇ ਲਿਆਂਦੇ ਅੱਜ ਤੁਹਾਡੇ ਸਾਹਮਣੇ ਆ ਗਏ। ਪਰ ਆ ਜਿਸ ਬੰਦੇ ਨੇ ਗੁਰਬਾਣੀ ਦਾ ਗੁਟਕਾ ਫੜ ਕੇ ਸੋਹਾਂ ਖਾਧੀਆਂ, ਕੋਈ ਅੱਜ ਤੱਕ ਦੋਸ਼ੀ ਸਾਹਮਣੇ ਲਿਆਂਦਾ? ਇਹਨਾਂ ਨੂੰ ਫੜ ਕੇ ਕਿਸੇ ਨੂੰ ਜੇਲ੍ਹ 'ਚ ਬੰਦ ਕੀਤਾ। ਔਰ ਮੈਂ ਇੱਕ ਬੇਨਤੀ ਹੋਰ ਕਰ ਦਿਆਂ ਕਿ ਮੈਂ ਤਾਂ ਪਤਾ ਨਹੀਂ ਤੁਹਾਡਾ ਮੇਰਾ ਮੁੜ ਕੇ ਮੇਲ ਹੋਵੇ ਜਾਂ ਨਾ ਹੋਵੇ, ਪਤਾ ਤਾਂ ਵੈਸੇ ਵੀ ਨਹੀਂ, ਪਰ ਮੈਂ ਬਰਗਾੜੀ ਖੇਡ ਦੇ ਵਿੱਚ ਵੀ ਗਵਾਇਆ, ਉੱਥੇ ਪਹਿਲਾਂ ਇੱਕ ਅਗਵਾਹ ਹੋ ਚੁੱਕਾ ਹੈ। ਪਰ ਮੇਰੀ ਗਵਾਹੀ ਕਿਸ ਕਿਸਮ ਦੀ ਹੈ ਉਹ ਦੱਸਣਾ ਚਾਹਾਂਗਾ ਕਿ ਮੇਰੀ ਅਗਵਾਈ ਜਿਹੜੀ ਹੈ ਉਹ ਬਹੁਤ ਹੀ ਸੰਗੀਨ ਹੈ, ਸਾਰੀ ਵਿਸਤਾਰ ਨਾਲ ਨਹੀਂ। ਪਰ ਜਿਹੜੀ ਅਗਵਾਈ ਮੇਰੀ ਉਹ ਬਿਆਨ ਨੇ, ਉਹ ਸਬੂਤ ਨੇ ਜਿਹੜੇ ਕਿ ਬਾਦਲਾਂ ਨੂੰ ਉਸ ਕੇਸ ਦੇ ਨਾਲ ਜੋੜਦੇ। ਇਸ ਕਰਕੇ ਪਤਾ ਨਹੀਂ ਫਿਰ ਮਿਲ ਘਰਾਣੇ ਜਿਹੜੇ ਨੇ, ਮਾੜੇ ਕਾਰਪੋਰੇਟ ਘਰਾਣੇ,
ਮਿਲਾਂ ਦੇ ਖਿਲਾਫ ਧਰਨੇ, ਨਸ਼ਿਆਂ ਦੇ ਖਿਲਾਫ ਧਰਨੇ, ਭ੍ਰਿਸ਼ਟਾਚਾਰ ਦੇ ਖਿਲਾਫ ਕੋਰਟਾਂ ਦੇ ਵਿੱਚ ਕੇਸ ਪੜਤਾਲਾਂ ਚੱਲ ਰਹੀਆਂ ਨੇ। ਸੋ ਹੁਣ ਵੀ ਅੱਜ ਮੈਂ ਆਪ ਜੀ ਦੇ ਕੋਲ, ਜੋ ਕਿ ਅੱਜ 13ਵੇਂ ਦਿਨ ਵਿੱਚ ਧਰਨਾ ਚੱਲ ਰਿਹਾ, ਗੁਰਦਾਸਪੁਰ ਤੇ ਦੀਨਾ ਨਗਰ ਦੇ ਵਿੱਚ ਪਨਿਆੜ ਮਿੱਲ ਹੈ, ਜੋ ਕਿ ਉੱਥੇ 13 ਦਿਨ ਤੋਂ ਲਗਾਤਾਰ ਧਰਨਾ ਚੱਲ ਰਿਹਾ, ਰਾਤ ਔਰ ਦਿਨ। ਪਿਛਲੇ ਸਾਲ ਦਾ ਸਾਡਾ 210 ਕਰੋੜ ਰੁਪਇਆ ਕਿਸਾਨਾਂ ਦਾ ਬਕਾਇਆ ਹੈ, ਔਰ ਚਾਲੂ ਸੀਜ਼ਨ ਦਾ ਸਾਨੂੰ ਪਤਾ ਨਹੀਂ ਕਦੋਂ ਮਿਲਣਾ ਤੇ ਕਦੋਂ ਨਹੀਂ। ਮੇਰਾ ਖਿਆਲ ਸੀ ਜੇ ਫੋਟੋ ਆ ਕੁਰਸੀਆਂ ਜਿਹੜੀਆਂ ਖਾਲੀ ਸੀਗੇ ਭਾਜੀ, ਆ ਕੁਰਸੀਆਂ ਭਰ ਕੇ ਫੋਟੋ ਇੱਥੋਂ ਲੱਗ ਇਹ ਕੁਰਸੀਆਂ ਹੈ। ਸੋ ਮੇਰੀ ਬੇਨਤੀ ਹੈ ਕਿ ਐਸ +2 ਦਾ ਵੀ ਜੋ ਕੇਸ ਹੈ ਇਹ ਚਲਾਉਣਾ ਹੈ। ਇਹ 'ਚ ਇੱਕ ਲੋਕਾਂ ਨੂੰ ਜਾਗਰਤੀ, ਤੁਹਾਨੂੰ ਇਹ ਵੀ ਪਤਾ ਹੋਏਗਾ ਕਿ 31 ਅਕਤੂਬਰ ਤੇ 1 ਨਵੰਬਰ 2018 ਨੂੰ ਇੱਕ ਦਿਨ ਸੁਖਬੀਰ ਬਾਦਲ ਨੇ ਧਰਨਾ ਦਿੱਤਾ ਅੰਮ੍ਰਿਤਸਰ 'ਚ, ਇੱਕ ਦਿਨ ਅਗਲੇ ਦਿਨ ਉਸ ਧਰਨੇ ਦੀ ਅਗਵਾਈ ਕੀਤੀ ਗੋਬਿੰਦ ਸਿੰਘ ਲੌਂਗੋਵਾਲ ਨੇ। ਉਹ ਜਿਹੜੀ +2 ਦੀ ਕਿਤਾਬ ਕੈਪਟਨ ਨੇ ਜਾਰੀ ਕੀਤੀ, ਜੇ ਚੈਪਟਰ ਤਿਆਰ ਹੋਏ ਸਨ ਜਦੋਂ ਰੌਲਾ ਪੈ ਰਿਹਾ ਸੀ, ਕਿਤਾਬ ਨਹੀਂ ਸੀ ਜੇ ਦਿੱਤੀ, ਉਹਤੇ ਦਿੱਤਾ ਸੀ ਤੇ ਨਾਲ ਕੁਐਸਚਨ ਮਾਰਕ ਕੀਤੇ ਸਨ ਵੀ ਆ ਵਿੱਚੋਂ ਉਹ ਚੈਪਟਰ ਦੇ ਵਿੱਚੋਂ ਕੋਈ ਲੈਣਾ ਕਿ ਕੀ ਤੁਸੀਂ ਇਹਨਾਂ ਨਾਲ ਸਹਿਮਤ ਹੋ। ਪਰ ਉਸ ਬੰਦੇ ਨੂੰ ਇਹ ਨਹੀਂ ਪਤਾ ਤੇ ਅਗਲੇ ਦਿਨ ਮੈਂ ਜਵਾਬ ਦਿੱਤਾ ਸੀ ਕਿ ਸੁਖਬੀਰ ਜੀ ਤੁਸੀਂ ਧਰਨੇ ਦਾ ਲਾ ਰਹੇ ਹੋ, ਮੈਂ ਕੈਪਟਨ ਦਾ ਹਮਾਇਤੀ ਨਹੀਂ। ਮੈਂ ਅੱਜ ਵੀ ਸਟੇਜ ਤੇ ਕਹਿ ਰਿਹਾ ਕਿ ਕੈਪਟਨ ਨੇ ਹੱਥ ਵਿੱਚ ਗੁਰਬਾਣੀ ਦਾ ਗੁਟਕਾ ਲੈ ਕੇ ਸ੍ਰੀ ਅਨੰਦਪੁਰ ਤਖਤ ਕੇਸਗੜ੍ਹ ਸਾਬੋ ਕੀ ਤਲਵੰਡੀ ਵਾਲ ਮੂੰਹ ਕਰਕੇ ਬਠਿੰਡੇ ਵਿਖੇ ਕਸਮਾਂ ਖਾਧੀਆਂ ਸਨ, ਉਹ ਕਸਮਾਂ ਪੂਰੀਆਂ ਨਹੀਂ ਕੀਤੀਆਂ। ਮੈਂ ਕੈਪਟਨ ਦਾ ਹਮਾਇਤੀ ਨਹੀਂ, ਪਰ ਜਿਹੜੀ ਆ ਤੇਰੇ ਪਿਤਾ ਦੇ ਮੁੱਖ ਮੰਤਰੀ ਹੁੰਦਿਆਂ ਇਹ ਕਿਤਾਬ ਪਬਲਿਸ਼ ਹੋਈ ਹੈ ਜਿਹ 'ਚ ਹੱਦਾਂ ਬਣੇ ਟੱਪ ਗਏ ਜੇ, ਕੀ ਇਹਦੇ ਨਾਲ ਸਹਿਮਤ ਹੈ? ਇੱਥੇ ਕਿਉਂ ਨਹੀਂ ਬੋਲਿਆ? ਇਹਨਾਂ ਦੇ ਖਿਲਾਫ ਪਰਚੇ ਕਿਉਂ ਨਹੀਂ ਸੀ? ਅਸੀਂ ਪੁੱਛਣਾ ਪਰ ਕੱਲਾ ਸਰਸਾ ਨਹੀਂ ਪੁੱਛ ਸਕਦੇ। ਇਸ ਕਰਕੇ ਮੈਂ ਜਿੱਥੇ ਅਕਾਲ ਪੁਰਖ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕਿ ਗੁਰੂ ਦੀ ਕਿਰਪਾ ਨਾਲ ਜਿੰਨੀ ਕੁ ਸਮੱਤ, ਜਿੰਨੀ ਕੁ ਸੋਝੀ, ਜਿੰਨਾ ਕੁ ਮਤਲਬ ਕਿ ਕੰਮ ਕਰਨ ਦੀ ਸਮਰੱਥਾ ਅਸੀਂ ਹੋਇਆ, ਹੋਰ ਕਿੰਨੇ ਕੰਮ ਨੇ ਕਿਸਾਨਾਂ ਵਾਸਤੇ, ਕਿਸ ਤਰ੍ਹਾਂ ਸਾਡੀਆਂ ਨਹਿਰਾਂ ਤੇ ਸਕੈਂਡਲ ਹੋ ਰਹੇ ਨੇ, ਉਹ ਵੀ ਤੁਹਾਡੇ ਸਾਹਮਣੇ ਕਿਤੇ ਰੱਖਾਂਗਾ। ਭਈ ਨਹਿਰਾਂ ਹੈ ਨਹੀਂ, ਉਹ ਮੈਂ ਸਾਰੇ ਜ਼ਬਾਨੀ ਨਹੀਂ, ਜਿਸ ਤਰ੍ਹਾਂ ਇਹ ਲਿਖਤੀ ਪ੍ਰੂਫ ਨੇ ਉਹ ਸਭ ਆਰਟੀ 'ਚ ਲਏ ਹੋਏ ਡਾਕੂਮੈਂਟ ਨੇ ਕਿ ਸਰਕਾਰੀ ਖਜ਼ਾਨੇ ਕਿਵੇਂ ਲੁੱਟੇ ਜਾ ਰਹੇ ਨੇ, ਗੁਰੂ ਦੀਆਂ ਗੋਲਕਾਂ ਕਿਵੇਂ ਲੁੱਟੀਆਂ ਜਾ ਰਹੀਆਂ ਨੇ। ਇੱਕ ਜਿਹੜੀ ਲਾਸਟ ਮੀਟਿੰਗ ਮੱਕੜ ਨੇ ਕੀਤੀ ਸੀ 26/9/16 ਨੂੰ, ਉਸ ਮੀਟਿੰਗ ਦੇ ਵਿੱਚ 21 ਮੀਟਿੰਗ ਜਿਹੜੇ ਰੂਟੀਨ ਦੇ ਖਰਚੇ ਨੇ ਉਹਨਾਂ ਨੂੰ ਛੱਡ ਕੇ 300 ਕਰੋੜ ਦਾ ਸਕੈਂਡਲ ਹੈ। ਤੇ ਮੈਂ ਜਵਾਨੀ ਨਹੀਂ ਕਹਿੰਦਾ, ਮੈਂ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ, ਲੇਕਿਨ ਹਾਈ ਕੋਰਟ ਨੇ ਮੈਨੂੰ ਇਹ ਗੱਲ ਕਹੀ ਕਿ ਪਹਿਲਾਂ ਥੱਲੇ ਵਾਲੀ ਕੋਰਟ 'ਚ ਜਾਓ ਫਿਰ ਕੀ। ਇਸ ਕਰਕੇ ਕਿੰਨੇ ਸ਼੍ਰੋਮਣੀ ਕਮੇਟੀ ਦਾ ਤੁਸੀਂ ਜਿਹੜਾ ਅਨੰਦਪੁਰ ਵਾਲਾ ਕੇਸ ਸੀ ਉਹ ਤਾਂ ਮੇਰੇ ਖਿਆਲ ਸਾਰੇ ਨੇ ਸੁਣਿਆ ਹੀ ਹੋਣਾ ਕਿ ਉੱਥੇ 13 ਮਰਲੇ ਜਗ੍ਹਾ ਜਦੋਂ ਤੁਸੀਂ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਤੇ ਮੱਥਾ ਟੇਕਣ ਵਾਸਤੇ ਜਾਂਦੇ ਹੋ ਤੇ ਜਿਹੜਾ ਪੁਰਾਣਾ ਜੋੜਾ ਘਰ ਗਠੜੀ ਘਰ ਵੀ ਉੱਥੇ ਉਹਦੇ ਸਾਹਮਣੇ ਤਕੋਨੀ ਜਗ੍ਹਾ ਹੈ, 13 ਮਰਲੇ ਹੈ, 2 ਭਰਾ ਮਾਲਕ ਸਨ, ਉਹਨਾਂ ਦੇ ਨਾਲ ਸੌਦਾ ਹੋਇਆ 55 ਲੱਖ ਦਾ। ਮੈਨੇਜਰ ਨੇ ਕਿਹਾ ਕਿ ਤੁਹਾਨੂੰ ਚੈੱਕ ਹੈ ਜਿਹੜਾ ਦਲਾਲ ਸੌਦਾ ਕਰਾ ਰਿਹਾ ਸੀ ਭਈ 2 ਕਰੋੜ 55 ਲੱਖ ਦਾ ਦੇਵਾਂਗੇ ਤੇ ਤੁਸੀਂ 55 ਲੱਖ ਰੱਖ ਕੇ 2 ਕਰੋੜ ਸਾਨੂੰ ਵਾਪਸ ਕਰ ਦੇਣਾ। ਉਹਨੇ ਕਿਹਾ ਵੀ ਨਹੀਂ, ਉਹ ਸੌਦਾ ਫਿਸਲ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਕੋਈ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਉਹਨੇ ਰਿਸ਼ਤੇਦਾਰਾਂ ਦੇ ਨਾਂ ਤੇ ਰਜਿਸਟਰੀ ਕਰਾਈ, ਉਹ 70 ਲੱਖ ਦੇ ਉਹ ਵੀ ਤਾਂ ਚਲੇ ਗਏ, ਉਹ 70 ਲੱਖ ਦੀ ਹੋਈ। ਫਿਰ 2 ਕਰੋੜ 70 ਲੱਖ ਦੀ ਤਖਤ ਕੇਸਗੜ੍ਹ ਸਾਹਿਬ ਨਾਲ ਰਜਿਸਟਰੀ ਹੋਈ। ਸਾਰੇ ਸਬੂਤ ਜਿਹੜੀਆਂ ਉਹ ਜ਼ਮੀਨਾਂ ਕਰੂਰਾ ਪਿੰਡ ਦੇ ਵਿੱਚ ਖਰੀਦੀਆਂ ਨੇ, ਤੁਸੀਂ ਅੰਦਾਜ਼ਾ ਲਾਓ ਕਿ ਪਿੰਡਾਂ 'ਚੋਂ ਜਾ ਕੇ ਸਾਬਤ ਕਰਨਾ ਕਿੱਥੇ ਖਰੀਦੀ, ਕਿਸ ਤਰ੍ਹਾਂ ਸੋਰਸਾਂ ਤੋਂ ਪਤਾ ਕੀਤਾ, ਰਜਿਸਟਰੀ ਦੀਆਂ ਨਕਲਾਂ
ਸਾਰੀਆਂ ਕਢਾਉਣੀਆਂ, ਫਿਰ ਤਿਆਰ ਕਰਨੀਆਂ, ਡਾਕੂਮੈਂਟ ਤਿਆਰ ਕਰਕੇ ਕੇਸ ਪਾਉਣੇ। ਉਹ 4 ਬੰਦਿਆਂ ਦੇ ਉੱਤੇ ਜਿਹੜਾ ਸੀ ਕੰਮ ਤੇ ਰੋਕ ਲੱਗੀ ਸੀ, ਉਹ ਤਨਖਾਹ ਪੂਰੀ ਲੈ ਰਹੇ ਸੀ। ਮੈਂ ਦੁਬਾਰਾ ਕੇਸ ਕੀਤਾ, ਲੇਕਿਨ ਉਹਨਾਂ ਨੂੰ ਜਿਹੜੀ ਸੀ ਉਹ ਫਿਰ ਉਹਨਾਂ ਨੂੰ ਕੰਮ ਤੇ ਹਾਈ ਕੋਰਟ ਨੇ ਰਿਲੀਫ ਦੇ ਦਿੱਤੀ ਆ। ਉਹ ਵੀ ਕੇਸ, ਇਸ ਤਰ੍ਹਾਂ ਦੇ ਹੋਰ ਕਿੰਨੇ ਕੇਸ ਜਿਹੜੇ ਨੂੰ ਚੱਲ ਰਹੇ ਨੇ। ਸੋ ਤੁਹਾਡਾ ਬਹੁਤ ਸਮਾਂ ਲਿਆ। ਦਾਸ ਨੇ ਵੀ ਹੁਣ ਅੱਗੇ ਕਰਨਾਲ ਨੂੰ ਜਾਣਾ ਹੈ, ਤੇ ਸੋ ਮੈਂ ਤੁਹਾਡੇ ਤੋਂ ਇਹ ਆਸ ਕਰਦਾ ਕਿ ਤੁਸੀਂ ਜੋ ਇਹ ਮੇਰੀਆਂ ਬੇਨਤੀਆਂ ਬੜੇ ਧਿਆਨ ਨਾਲ ਸੁਣੀਆਂ। ਸਾਰੇ ਮੇਰੇ ਤੋਂ ਵੱਧ ਗੁਰੂ ਦੇ ਪਿਆਰ ਵਾਲੇ, ਗੁਰੂ ਤੇ ਭਰੋਸਾ ਰੱਖਣ ਵਾਲੇ, ਮੇਰੇ ਤੋਂ ਵੱਧ ਵਿਦਵਾਨ ਆ ਵਿਸਾਖਾ ਸਿੰਘ ਹੋਰੀ, ਸਾਰੀ ਟੀਮ ਬੈਠੀ ਆ, ਨੌਜਵਾਨ। ਪਰ ਵਿਸਾਖਾ ਸਿੰਘ ਜੀ ਇੱਕ ਬੇਨਤੀ ਜ਼ਰੂਰ ਕਰ ਦਿਆਂ, ਸਾਨੂੰ ਇੱਕ ਤਾਂ ਨੌਜਵਾਨਾਂ ਦੀ ਜ਼ਰੂਰਤ ਹੈ, ਜੋਸ਼ ਦੀ ਜ਼ਰੂਰਤ ਹੈ, ਪਰ ਜੋਸ਼ ਦੇ ਨਾਲ ਸਾਨੂੰ ਹੋਸ਼ ਤੋਂ ਕੰਮ ਲੈਣਾ ਵੀ ਬੜਾ ਜ਼ਰੂਰੀ। ਮਾਫ ਕਰਨਾ, ਤੁਹਾਡੇ ਜੋਸ਼ ਦੀ ਕਦਰ ਕਰਦਾ, ਪਰ ਨਾਲ ਦੀ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਹਾਡੇ ਸਾਰਿਆਂ ਤੋਂ ਆਸ ਰੱਖਦਾ ਹੋਇਆ, ਤੁਹਾਡਾ ਧੰਨਵਾਦ ਕਰਦਾ ਹੋਇਆ, ਖਾਸ ਕਰਕੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਮੇਰੇ ਨਾਲ ਚੱਲ ਰਹੇ ਨੇ, ਤੇ ਇਹਨਾਂ ਨੇ ਉਪਰਾਲਾ ਕਰਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਨੇ। ਭੈਣ ਜੀ ਅਮਰਜੀਤ ਕੌਰ, ਜਸਵਿੰਦਰ ਕੌਰ ਬੈਠੇ ਨੇ, ਜੋ ਕਿ ਅੰਬ ਸਾਹਿਬ ਮੋਰਚੇ ਤੋਂ ਇਹਨਾਂ ਦਾ ਮੇਰਾ ਮਿਲਾਪ ਹੋਇਆ ਸੀ। ਉਦੋਂ ਦੇ ਭੈਣ ਭਰਾਵਾਂ ਤਰ੍ਹਾਂ ਚੱਲ ਰਹੇ ਆ, ਕਹਿੰਦੇ ਉਹਨਾਂ ਨੂੰ ਹੁਣ ਭੁੱਲ ਗਏ ਸੀ ਇੱਕ ਤਰ੍ਹਾਂ, ਪਰ ਜਦੋਂ ਆ ਮੋਰਚਾ ਉਸ ਦਿਨ ਬੁੱਤਾਂ ਵਾਲਾ ਚੱਲਿਆ, ਉਸ ਦਿਨ ਦਰਸ਼ਨ ਹੋਏ ਤੇ ਦੁਬਾਰਾ ਫੋਨ ਲਿਆ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਸਾਨੂੰ ਸਮੱਤ ਬਖਸ਼, ਅਸੀਂ ਇਕੱਠੇ ਹੋਈਏ ਔਰ ਜੋ ਸਿੱਖ ਧਰਮ ਦੇ ਬਾਨੀ ਤੇ 10 ਗੁਰੂ ਸਾਹਿਬਾਨਾਂ ਨੇ ਸਾਨੂੰ ਮਨੁੱਖਤਾ ਦਾ ਰਸਤਾ ਦਰਸਾਇਆ, ਸਮੁੱਚੀ ਮਾਨਵਤਾ ਦਾ ਭਲੇ ਦਾ ਰਸਤਾ ਦਰਸਾਇਆ, ਉਹਦੇ ਦਰਸਾਏ ਹੋਏ ਰਸਤੇ ਤੇ ਚੱਲਦੇ ਹੋਏ ਕੌਮ ਵਾਸਤੇ ਕੁਝ ਕਰ ਸਕੀਏ। ਇਹ ਗੁਰੂ ਕਿਰਪਾ ਕਰੇ, ਸਾਨੂੰ ਸਮੱਤ ਬਖਸ਼ੇ, ਏਕਤਾ ਤੇ ਇਤਫਾਕ ਤੇ ਸਾਨੂੰ ਸਰੀਰ ਤੰਦਰੁਸਤੀਆਂ ਬਖਸ਼ੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ, ਮੇਰੇ ਕੋਈ ਸ਼ਬਦ ਨਹੀਂ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।